ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਵੀਰ ਰਾਜਾ ਸਿੰਘ ਜੀ ਨੇ ਆਪ ਜੀ ਨੂੰ ਅੱਜ ਦੇ ਟੌਪਿਕ ਦੇ ਬਾਰੇ ਜਾਣਕਾਰੀ ਦਿੱਤੀ ਹੈ, ਉਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਿੱਖ ਮਿਸ਼ਨਰੀ ਕਾਲਜ ਦੀ ਜੋ ਗੁਰਮਤਿ ਕਲਾਸ USA ਦੀ ਹੈ, ਇਹਦੇ ਵਿੱਚ ਦੇਸ਼ ਪ੍ਰਦੇਸ਼ ਤੋਂ ਜੁੜੇ ਹੋਏ ਸਾਰੇ ਵੀਰ ਭੈਣਾਂ ਨੂੰ ਜੀ ਆਇਆਂ ਆਖਦਾ ਹਾਂ। ਤੇ ਅੱਜ ਦਾ ਜੋ ਵਿਸ਼ਾ ਹੈ, ਅਗਰ ਉਸ ਨੂੰ ਇਨ ਬਰੀਫ ਮੈਂ ਦੱਸਣਾ ਚਾਹਾਂ ਕਿ ਜਿਹੜੇ ਸਾਡੇ ਭੁੱਲੇ ਵਿਸਰੇ ਵੀਰ ਹਨ, ਜਿਨ੍ਹਾਂ ਨੇ ਗੁਰੂਆਂ ਦੇ ਸਮੇਂ ਦੇ ਅੰਦਰ ਗੁਰੂਆਂ ਦੇ ਨਾਲ ਜੁੜੇ ਔਰ ਗੁਰੂਆਂ ਦੇ ਨਾਲ ਜਿਹੜੇ ਗੁਰੂਆਂ ਦੀ ਪ੍ਰਚਾਰ ਮੁਹਿੰਮ ਸੀ, ਜਿਹੜੀ ਉਹਨਾਂ ਦੀ ਜੰਗਾਂ ਯੁੱਧਾਂ ਦੀ ਮੁਹਿੰਮ ਸੀ, ਔਰ ਜਿੱਥੇ ਹਥਿਆਰਾਂ ਦੀ ਲੋੜ ਪੈਂਦੀ ਸੀਗੀ ਜੰਗਾਂ ਯੁੱਧਾਂ ਵਿੱਚ, ਉਹਨਾਂ ਵਿੱਚ ਉਹ ਵੀਰ ਭੈਣਾਂ ਨੇ ਅੱਗੇ ਵੱਧ ਕਰਕੇ ਆਪਣਾ ਹਿੱਸਾ ਲਗਾਇਆ। ਔਰ ਸਿਰਫ ਹਥਿਆਰ ਬਣਾਉਣ ਤੱਕ ਨਹੀਂ, ਉਹ ਜੰਗਾਂ ਯੁੱਧਾਂ ਦੇ ਅੰਦਰ ਵੀ 6ਵੇਂ ਪਾਤਸ਼ਾਹ ਤੋਂ ਹੀ ਉਹ ਸ਼ੁਰੂ ਹੋ ਗਏ ਤੇ 2200 ਜੋ ਘੋੜਸਵਾਰ 6ਵੇਂ ਪਾਤਸ਼ਾਹ ਜੀ ਦੇ ਸਮੇਂ ਦੇ ਅੰਦਰ ਗੁਰੂ ਜੀ ਨੇ ਤਿਆਰ ਕਰਾਏ, ਔਰ ਜਿਹੜੇ 9ਵੇਂ ਪਾਤਸ਼ਾਹ ਤੱਕ ਔਰ 10ਵੇਂ ਪਾਤਸ਼ਾਹ ਤੱਕ 2200 ਘੋੜਸਵਾਰ ਹਮੇਸ਼ਾ ਸਿੱਖ ਗੁਰੂ ਸਾਹਿਬਾਨ ਦੇ ਨਾਲ ਜਿਹੜੇ ਤੁਰਦੇ ਸਨ। ਉਹਨਾਂ ਦੇ ਜਿਹੜੇ ਹਨ ਉੱਥੋਂ ਇਹਨਾਂ ਦਾ ਆਰੰਭ ਹੁੰਦਾ ਹੈ। ਔਰ ਜੋ ਸਤਨਾਮੀਏ ਵੀਰ ਹਨ, ਉਹਨਾਂ ਦੇ ਬਾਰੇ ਵੀ ਡਿਟੇਲ ਵਿੱਚ ਮੈਂ ਗੱਲ ਕਰਾਂਗਾ। ਉਹਨਾਂ ਦਾ ਆਰੰਭ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਵਿੱਚ ਹੋਇਆ ਹੈ, ਕਿਉਂਕਿ ਸਤਨਾਮ ਦਾ ਜਿਹੜਾ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਸਤਨਾਮ ਪੜ ਮੰਤਰ ਸੁਣਾਇਆ, ਤੇ ਉਹ ਸਤਨਾਮ ਦਾ ਜਿਹੜਾ ਜਾਪ ਉਹ ਕਰਦੇ ਹੁੰਦੇ ਸਨ ਆਪਣੇ ਸਮੇਂ ਦੇ ਅੰਦਰ। ਉਹਨਾਂ ਦਾ ਨਾਂ ਜਿਹੜਾ ਹੈ ਉਹ ਸਤਨਾਮੀਏ ਦੇ ਤੌਰ ਤੇ ਪੈ ਗਿਆ। ਤਾਂ ਆਓ ਅਸੀਂ ਸ਼ੁਰੂਆਤ ਕਰਦੇ ਹਾਂ ਵਣਜਾਰੇ ਸਿੱਖਾਂ। ਗੁਰਬਾਣੀ ਸ਼ਬਦ ਕੋਸ਼ ਅਨੁਸਾਰ ਵਣਜਾਰੇ ਦੇ ਅਰਥ ਹਨ ਵਪਾਰੀ, ਵਣਜ ਕਰਨ ਵਾਲੇ, ਸੌਦਾਗਰ। ਜਿਵੇਂ ਗੁਰਬਾਣੀ ਦੀ 117 ਅੰਕ ਦੇ ਉੱਪਰ ਅੰਕਿਤ ਹੈ, ਸੱਚਾ ਸ਼ਾਹ ਸੱਚੇ ਵਣਜਾਰੇ। ਇਸ ਤੋਂ ਬਾਅਦ ਗੱਲ ਕਰਦੇ ਹਾਂ ਵਣਜਾਰੇ ਸਿੱਖਾਂ ਦੀ। ਦਰਅਸਲ ਗੁਰ ਇਤਿਹਾਸ ਵਣਜਾਰੇ ਸਿੱਖਾਂ ਦਾ ਆਰੰਭ ਹੁੰਦਾ ਹੈ ਲਾਹੌਰ ਦੇ ਭਾਈ ਮਨਸੁਖ ਤੋਂ। ਲਾਹੌਰ ਦਾ ਇਹ ਵਣਜਾਰਾ ਸਿੱਖ ਭਾਈ ਮਨਸੁਖ, ਜਿਹੜਾ ਆਪਣੇ ਵਣਜ ਦੇ ਨਾਲ ਲੰਕਾ ਦੇ ਰਾਜੇ ਸ਼ਿਵਨਾਵ ਦੇ ਜੀਵਨ ਨੂੰ ਬਦਲਣ 'ਚ ਵੀ ਸਫਲ ਹੋਇਆ ਸੀ। ਇੱਥੋਂ ਇੱਕ ਗੱਲ ਸਾਨੂੰ ਸਮਝ ਆਉਂਦੀ ਹੈ ਕਿ ਜਿਹੜੇ ਵੀ ਗੁਰੂ ਕੇ ਸਿੱਖ ਗੁਰੂ ਦੀਕਸ਼ਾ ਲੈਂਦੇ ਸਨ, ਉਹ ਆਪਣੇ ਵਪਾਰ ਕਰਦਿਆਂ, ਆਪਣਾ ਪ੍ਰੋਫੈਸ਼ਨ ਕਰਦਿਆਂ ਵੀ ਜਿਹੜਾ ਬੇਸਿਕ ਉਹਨਾਂ ਦਾ ਜਿਹੜਾ ਮਨ ਦੇ ਵਿੱਚ ਤਹਈਆ ਹੁੰਦਾ ਸੀ, ਜਿਹੜਾ ਮੇਨ ਪਰਪਸ ਹੁੰਦਾ ਸੀਗਾ ਕਿ ਜੋ ਗੁਰੂ ਦੀ ਦੀਖਿਆ ਹੈ ਉਹਨੂੰ ਆਪਣੇ ਵਿਹਾਰ ਦੇ ਰਾਹੀਂ ਅਸੀਂ ਦੂਜਿਆਂ ਤੱਕ, ਦੁਨੀਆ ਤੱਕ ਵੀ ਪਹੁੰਚਾਉਣਾ ਹੈ। ਔਰ ਇਹੋ ਗੱਲ ਜਿਹੜੇ ਭਾਈ ਮਨਸੁਖ ਜੀ ਨੇ ਸ਼ਿਵਨਾਵ ਰਾਜੇ ਨੂੰ, ਜੋ ਸ੍ਰੀਲੰਕਾ ਦਾ ਰਾਜਾ ਸੀ, ਉੱਥੇ ਵਪਾਰ ਕਰਨ ਜਦੋਂ ਗਏ ਤਾਂ ਉਸ ਰਾਜੇ ਨੂੰ ਵੀ ਬੜਾ ਜਿਹੜਾ ਹੈ ਉਹਨਾਂ ਨੇ ਪ੍ਰਭਾਵਿਤ ਕੀਤਾ। ਤਾਂ ਇਸ ਤਰ੍ਹਾਂ 5ਵੇਂ ਪਾਤਸ਼ਾਹ ਦੇ ਸਮੇਂ ਵਣਜਾਰਾ ਸਿੱਖ ਭਾਈ ਕਲਿਆਣਾ ਜੀ, ਜਿਹੜੇ ਮੰਡੀ ਤੋਂ ਇਮਾਰਤੀ ਲੱਕੜੀ ਲਿਆਉਣ ਦਾ ਵਪਾਰ ਕਰਦੇ ਸਨ, ਉਹ ਭਾਈ ਕਲਿਆਣਾ ਜੀ ਜਦੋਂ ਗੁਰੂਦਾਰ ਨਾਲ ਜੁੜ ਗਏ ਤਾਂ ਆਪਣੇ ਵਪਾਰ ਦੇ ਨਾਲ ਨਾਲ ਇੰਨਾ ਵੱਧ ਸਮਰੱਥ ਹੋ ਗਏ ਕਿ ਉਸਨੇ ਮੰਡੀ ਦੇ ਰਾਜੇ ਹਰੀ ਸੈਨ ਦਾ ਜੀਵਨ ਜਿਹੜਾ ਹੈ ਉਹ ਵੀ ਬਦਲ ਕੇ ਰੱਖ ਦਿੱਤਾ। ਇਸ ਤੋਂ ਬਾਅਦ ਗਵਾਲੀਅਰ ਦੇ ਕਿਲੇ ਦਾ ਭਾਈ ਹਰਦਾਸ ਵਣਜਾਰਾ, ਭਾਈ ਮਨੀ ਸਿੰਘ ਜੀ, ਭਾਈ ਦਿਆਲਾ ਜੀ, ਭਾਈ ਸਤੀਦਾਸ ਜੀ, ਬਲਕਿ ਭਾਈ ਮਨੀ ਸਿੰਘ ਜੀ ਦਾ ਸਾਰਾ ਅਤੇ ਲੰਮਾ ਚੌੜਾ ਕੁਟੰਬ, ਜਿਨ੍ਹਾਂ ਚੋਂ 52 ਦੇ ਕਰੀਬ ਜਿਹੜੇ ਪਰਿਵਾਰ ਦੇ ਲੋਕ ਹਨ, ਭਾਈ ਮਨੀ ਸਿੰਘ ਜੀ ਦੇ ਬ੍ਰਦਰ
ਉਹਨਾਂ ਦੇ ਭਤੀਜੇ, ਉਹ ਜਿਹੜੇ ਹਨ, ਉਹਨਾਂ ਵਿੱਚੋਂ ਬੀਬੀਆਂ ਵੀ ਜਿਹੜੀਆਂ ਹਨ, ਉਹ ਤਕਰੀਬਨ ਜਿਹੜੇ ਹਨ ਉਹ ਅਨੰਦਪੁਰ ਸਾਹਿਬ ਦੀ ਜੰਗ ਦੇ ਅੰਦਰ, ਉਸ ਤੋਂ ਬਾਅਦ ਸਰਸਾ ਨਦੀ ਦੇ ਕਿਨਾਰੇ, ਔਰ ਫਿਰ ਚਮਕੌਰ ਦੀ ਜੰਗ ਦੇ ਵਿੱਚ, ਔਰ ਫਿਰ ਜਿਹੜੀ ਖਦਰਾਣੇ ਦੀ ਢਾਬ ਦੇ ਉੱਪਰ ਜਿਹੜੀ ਜੰਗ ਹੋਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਖਰੀ ਜੰਗ, ਉੱਥੇ ਤੱਕ ਵੀ ਇਹਨਾਂ ਨੇ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਨੇ ਜਿਹੜੇ ਆ ਉਹਦੇ ਤੇ ਆਪਣੀ ਲੜਾਈਆਂ ਦੇ ਵਿੱਚ ਹਿੱਸਾ ਲਿਆ ਔਰ ਸ਼ਹਾਦਤ ਜਿਹੜੀ ਹੈ ਉਹ ਪ੍ਰਾਪਤ ਕੀਤੀ। ਫਿਰ ਇਹ ਭਾਈ ਲੱਖੀ ਸ਼ਾਹ ਵਣਜਾਰਾ ਜੀ, ਜਿਨ੍ਹਾਂ ਦਾ ਇਤਿਹਾਸ ਹਰ ਬੱਚੇ ਦੇ, ਹਰ ਸਿੱਖ ਦੇ ਜਿਹੜੀ ਹੈ ਧਿਆਨ ਵਿੱਚ ਹੈ, ਕਿ ਜਿਨ੍ਹਾਂ ਨੇ ਆਪਣੇ ਘਰ ਨੂੰ ਰਾਇਸੀਨਾ ਹਿੱਲ ਦੇ ਉੱਪਰ, ਜਿਹੜਾ ਉਹਨਾਂ ਦਾ ਆਪਣਾ ਘਰ ਸੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਰਕਾਬਗੰਜ ਸਾਹਿਬ ਹੈ, ਇੱਥੇ ਉਹਨਾਂ ਦਾ ਸਾਰਾ ਕੁਨਬਾ ਜਿਹੜਾ ਹੈ ਉਹ ਭਾਈ ਲੱਖੀ ਸ਼ਾਹ ਵਣਜਾਰਾ ਜੀ ਦਾ ਰਹਿੰਦਾ ਸੀ। ਔਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਤਾਂ ਉਸ ਵੇਲੇ ਉਹ ਗੱਡੇ ਦੇ ਲੈ ਕਰਕੇ ਸਮਾਨ ਜਿਹੜਾ ਲਾਲ ਕਿਲੇ ਤੋਂ ਆ ਰਹੇ ਸਨ। ਮੈਂ ਇਹ ਵੀ ਦੱਸ ਦਿਆਂ ਕਿ ਭਾਈ ਲੱਖੀ ਸ਼ਾਹ ਵਣਜਾਰਾ ਜੀ ਬਹੁਤ ਵੱਡੇ ਟ੍ਰੇਡਰ ਸਨ ਔਰ ਬੜੀ ਉਹਨਾਂ ਦੀ ਆਪਣੀ ਇੱਕ ਪਰਸਨਲ ਫੌਜ ਵੀ ਸੀਗੀ, ਕਿ ਜਿਹੜੀ ਉਹਨਾਂ ਦਾ ਕੈਰਵਾਂ ਚੱਲਦਾ ਸੀ ਉਹਦੇ ਵਿੱਚ ਉਹਨਾਂ ਦੀ ਜਿਹੜੀ ਹਿਫਾਜ਼ਤ ਵੀ ਕਰਦੇ ਸਨ। ਤੋ ਇਹਨਾਂ ਨੇ ਆਪਣੇ ਘਰ ਨੂੰ ਅੱਗ ਲਗਾ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਰੀਰ ਵਿੱਚ ਰੱਖ ਕੇ ਘਰ ਨੂੰ ਅੱਗ ਲਗਾ ਦਿੱਤੀ, ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਬੜੀ ਸ਼ਰਧਾ ਦੇ ਨਾਲ, ਪਿਆਰ ਨਾਲ ਔਰ ਸੀਕ੍ਰੇਟਲੀ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸਰੀਰ ਦੀ ਜਿਹੜੀ ਹੈ ਉਹ ਉੱਥੇ ਉਹਨਾਂ ਨੇ ਸੰਸਕਾਰ ਕੀਤਾ। ਭਾਵੇਂ ਕਿਉਂਕਿ ਪਿੱਛੇ ਫੌਜਾਂ ਜਦੋਂ ਉਹਨਾਂ ਦੇਖਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਸਰੀਰ ਜਿਹੜਾ ਹੈ ਉਹ ਚਾਂਦਨੀ ਚੌਕ ਤੋਂ ਗਾਇਬ ਹੈ, ਤਾਂ ਉਹਨਾਂ ਸਾਰੇ ਪਾਸੇ ਆਪਣੇ ਬੰਦੇ ਦੌੜਾਣੇ ਸ਼ੁਰੂ ਕਰ ਦਿੱਤੇ। ਤੇ ਇੱਥੇ ਰਕਾਬਗੰਜ ਸਾਹਿਬ ਹੈ, ਇੱਥੇ ਵੀ ਆਏ, ਲੇਕਿਨ ਜਦੋਂ ਭਾਈ ਲੱਖੀ ਸ਼ਾਹ ਵਣਜਾਰਾ ਨੂੰ ਦੇਖਿਆ ਤਾਂ ਉਹਨਾਂ ਨੇ ਅਫਸੋਸ ਕੀਤਾ ਭਾਈ ਲੱਖੀ ਸ਼ਾਹ ਵਣਜਾਰਾ ਜੀ ਨੂੰ, ਕਿ ਤੁਹਾਡੇ ਘਰ ਨੂੰ ਅੱਗ ਲੱਗ ਗਈ ਹੈ। ਤੇ ਉਹਨਾਂ ਨੇ ਕਿਹਾ ਹਾਂ ਜੀ ਅੱਗ ਲੱਗ ਗਈ, ਬੁਝਾ ਰਹੇ ਜੀ। ਉਹ ਫੌਜਾਂ ਉੱਥੋਂ ਵਾਪਸ ਚਲੇ ਗਈ। तो मैं एक गल थोड़ी जी भाई लखी शाह वणजारा जी के बारे गल कर रहा, क्योंकि वणजारियां की गल असीं कर रहे हैं कि वणजारियां की कंट्रीब्यूशन कितनी है सिख इतिहास के अंदर, और उस कंट्रीब्यूशन के पैरेलल सिख कौम ने उन्हां दे नाल इंसाफ कितना को कीता है, कितना को नहीं कीता। तो ये जिहड़ी गल समझण वाली है, तो इसनूं आपां अगे जाके भी विचारांगे। सिकलीगढ़ जिहड़े वणजारे हन वो सारे सिख इसे गिनती आउंदे हन, जिहड़े कि भाई मनी सिंह जी, भाई लखी शाह वणजारा। सिकलीगढ़ सिखां दी तरह बहुत वड्डी गिनती वणजारे भी सिख ही सजे हन। इन्हां वणजारे सिखां चों ही एक सी भाई मक्खन शाह वणजारा। पर जदों नौवें पातशाह ने अपने आप नूं संतां विच प्रगट करन वाला मान इसे भाई मक्खन शाह लुबाणे नूं वणजारे नूं बख्शिया, तां ओह भाई मक्खन शाह बहुता करके भाई मक्खन शाह लुबाणा के नाम नाल मशहूर होया, जबकि मूल रूप में भाई मक्खन शाह भी पिता पुरखी अते छेवें पातशाह के समय तो गुरु दर नाल जुड़िया होया वणजारा सिख सी। आओ एक होर जानकारी आप जी नाल साझा करिए कि बसंत राव नायक जिहड़ा एक समय महाराष्ट्र का मुख्यमंत्री सी, मूल रूप में वह भी नानक पंथी सी। वो भी अपनी पूरी श्रद्धा गुरुद्वार ते ही रखता सी। एक सूचना अनुसार इसका बड़ा सबूत उदों मिलिया जदों उसने अपनी लड़की की शादी की, तो उसने वो शादी भी एक वणजारे सिख नाल ही की। इस तरह एक होर लिखत अनुसार श्री वीपी नायक अते सुधाकर राव नायक भी मूल रूप नानक पंथी सिख ही सन। ये वखरी गल है कि किसी राजसी कारणा करके इन्होंने आप नानक पंथी नहीं सी ऐलानिया, पर इन्होंने अपने अपने शासन काल वणजारे ते सिकलीगढ़ नानक पंथी सिखां दी संभाल वास्ते बहुत ही ध्यान दिता सी। आओ देखिए कि पंजाबी यूनिवर्सिटी पटियाला दे डॉक्टर हरभजन सिंह जी अनुसार भारत वणजारे सिखां दे 20,000 टांडे हैं। दरअसल ये लोग जिथे जिथे अपनी बस्ती बना के वसते हैं उसनूं टांडा कहते हैं। उपरंत जिस शहर या पिंड नाल ये अपना टिकाव भाव टांडा कायम करते हैं, उस टांडे का नाम भी उस पिंड अथवा शहर के नाम नाल जोड़ के ही लिया जाता है। असीं इस तरह इन्हां वणजारे सिखां दे
ਇਹ ਟਾਂਡੇ ਬਹੁਤ ਤਾਂ ਕਰਕੇ मध्य प्रदेश, महाराष्ट्र, आंध्र प्रदेश, कर्नाटक, उत्तर प्रदेश, उड़ीसा, बिहार, राजस्थान च हैं। सो ये नोट करो जिहड़े वीर इसनूं अज ध्यान नाल सुन रहे हैं कि बंजारियां दे जिहड़े टांडे हैं जिथे वो वसे उन्हां चों ज़्यादातर मध्य प्रदेश विच, महाराष्ट्र, आंध्र प्रदेश, कर्नाटक, उत्तर प्रदेश, उत्तराखंड, उड़ीसा, बिहार, राजस्थान च हैं। ਅੱਗੇ ਜਾ ਕੇ ਅਸੀਂ ਇਹਨਾਂ ਦੀ ਜਿਹੜੀ ਮੌਜੂਦਾ ਜਿਹੜੀ ਇਹਨਾਂ ਦੀ ਪਾਪੂਲੇਸ਼ਨ ਹੈ ਉਹ ਵੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਇਹ ਵਣਜਾਰੇ ਸਿੱਖ ਅੱਜ ਵੀ ਗੁਰੂਦਾਰ ਨਾਲ ਇਤਨੇ ਵੱਧ ਜੁੜੇ ਦੱਸੇ ਜਾਂਦੇ ਹਨ ਕਿ ਕੁਝ ਲਿਖਤਾਂ ਅਨੁਸਾਰ ਆਪਣੇ ਟਾਂਡੇ 'ਚ ਇਹ ਲੋਕ ਇੱਕ ਅਰਦਾਸੀਆ ਜ਼ਰੂਰ ਰੱਖਦੇ ਹਨ। ਜੇਕਰ ਇਹਨਾਂ ਚੋਂ ਕਿਸੇ ਕਾਰਨ ਦੋ ਧਿਰਾਂ ਦਾ ਆਪਸ 'ਚ ਕੋਈ ਝਗੜਾ ਹੋ ਜਾਏ ਤਾਂ ਅਰਦਾਸੀਏ ਸੱਜਣ ਰਾਹੀਂ ਗੁਰੂ ਚਰਨਾਂ 'ਚ ਅਰਦਾਸ ਕਰਨ ਤੇ ਝਗੜਾ ਉੱਥੇ ਹੀ ਸਮਾਪਤ ਹੋ ਜਾਂਦਾ ਹੈ। ਇਹ ਬੜੀ ਇੰਪੋਰਟੈਂਟ ਗੱਲ ਹੈ ਕਿ ਆਪਸੀ ਝਗੜੇ ਜਿਹੜੇ ਹਨ ਪੰਥ ਦੇ ਅੰਦਰ ਬੜੇ ਦੁਫਾੜ ਪਾਉਂਦੇ ਹਨ, ਲੇਕਿਨ ਵਣਜਾਰੇ ਸਿੱਖ ਅੱਜ ਵੀ ਆਪਣੇ ਨਾਲ ਇੱਕ ਅਰਦਾਸੀਆ ਸਿੱਖ ਰੱਖਦੇ ਹਨ ਕਿ ਜਿਹੜਾ ਉਸ ਝਗੜੇ ਨੂੰ ਉੱਥੇ ਹੀ ਜਿਹੜਾ ਹੈ ਉਹ ਖਤਮ ਕਰ ਦਿੰਦੇ। ਇਹ ਵੀ ਕਿ ਸ਼ਾਦੀ ਦੀ ਗੱਲ ਪੱਕੀ ਜੁਆਨ ਤੇ ਜਦੋਂ ਸ਼ਾਦੀ ਦੀ ਗੱਲ ਪੱਕੀ ਹੋ ਜਾਏ ਤਾਂ ਇਹਨਾਂ ਰਾਹੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਦਾ 1 ਰੁਪਇਆ ਦੂਜੇ ਨੂੰ ਭੇਟ ਕੀਤਾ ਜਾਂਦਾ ਹੈ, ਜਿਸ ਰੁਪਏ ਨੂੰ ਇਹ ਆਪਣੇ ਗ੍ਰਸਤ ਜੀਵਨ 'ਚ ਬੜੇ ਸਤਿਕਾਰ ਨਾਲ ਅਤੇ ਸੰਭਾਲ ਕੇ ਰੱਖਦੇ ਹਨ। ਇਹ ਬੜੀ ਅੱਛੀ ਜਿਹੜੀ ਹੈ ਫਿਰਤ ਹੈ ਉਹ ਵਣਜਾਰਿਆਂ ਨੇ ਆਪਣੇ 'ਚ ਪਾਈ ਹੋਈ ਹੈ। ਅੱਜ ਜਿਹੜੇ ਧਨਾੜ ਸਿੱਖ ਹਨ ਜਿਹੜੇ ਲੱਖਾਂ ਰੁਪਏ ਆਪਣੇ ਬੱਚਿਆਂ ਦੇ ਵਿਆਹ ਤੇ ਖਰਚ ਕਰ ਦਿੰਦੇ ਹਨ, ਉਹਨਾਂ ਨੂੰ ਇਹਨਾਂ ਜਿਹੜੇ ਵਣਜਾਰੇ ਸਿੱਖ ਹਨ ਇਹਨਾਂ ਤੋਂ ਇਹ ਗੱਲ ਸਿੱਖਣ ਦੀ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰਤ ਹੈ। ਇੱਥੋਂ ਤੱਕ ਕਿ ਗੁਰਮਤਿ ਪ੍ਰਚਾਰ ਦੀ ਘਾਟ ਕਾਰਨ ਦੂਜਿਆਂ ਦੀ ਤਰ੍ਹਾਂ ਕਈ ਤਰ੍ਹਾਂ ਦੇ ਰੀਤੀ ਰਿਵਾਜ ਇਹਨਾਂ ਵਿਚਕਾਰ ਵੀ ਜੜ੍ਹਾਂ ਜਮਾਈ ਬੈਠੇ ਹਨ। ਉਹਨਾਂ ਰੀਤੀ ਰਿਵਾਜਾਂ ਚੋਂ ਹੀ ਇੱਕ ਰੀਤੀ ਹੈ ਕਿ ਇਹ ਲੋਕ ਆਨੰਦ ਕਾਰਜ ਵੇਲੇ ਬੱਚੇ ਨੂੰ ਲਾਲ ਚੂੜਾ ਚੜਾਉਂਦੇ ਹਨ। ਪਿੱਛੇ ਜੇ ਇਹ ਵੀ ਸਵਾਲ ਜਿਹੜਾ ਪੈਨਲ 'ਚ ਆਇਆ ਸੀਗਾ ਕਿ ਲਾਲ ਚੂੜਾ ਜਿਹੜਾ ਹੈ ਉਹ ਕਦੋਂ ਤੋਂ ਚੜਾਉਣਾ ਸ਼ੁਰੂ ਹੋਇਆ। ਸਮਝਣ ਦਾ ਵਿਸ਼ਾ ਇਹ ਹੈ ਕਿ ਇਹ ਲੋਕ ਬੱਚੀ ਨੂੰ ਉਹ ਚੂੜਾ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਦਾ ਹੀ ਚੜਾਉਂਦੇ ਹਨ। ਇਸ ਦੇ ਨਾਲ ਨਾਲ ਇਹ ਲੋਕ ਅਜਿਹੇ ਸਮੇਂ ਸੂਈ ਗਰਮ ਕਰਕੇ ਮੁੰਡੇ ਦੀ ਬਾਹ ਤੇ ਵੀ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਲਿਖ ਦਿੰਦੇ ਹਨ ਕਿ ਇਹ ਸ਼ਾਦੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜਾਮਨ ਹਨ ਤੇ ਤੁਸੀਂ ਇਸ ਸ਼ਾਦੀ ਨੂੰ ਸਫਲ ਬਣਾਉਣਾ ਹੈ। ਇਹ ਲੋਕ ਬਹੁਤਾ ਕਰਕੇ ਅਨਪੜ੍ਹ ਹੀ ਹੁੰਦੇ ਹਨ, ਤਾਂ ਵੀ ਬੇਸ਼ੱਕ ਟੁੱਟੇ ਫੁੱਟੇ ਲਫ਼ਜ਼ਾਂ 'ਚ ਹੀ ਸਹੀ, ਪਰ ਹਰੇਕ ਕੰਮ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਹੀ ਸ਼ੁਰੂ ਕਰਦੇ ਹਨ, ਉਸ ਤੋਂ ਬਿਨਾਂ ਨਹੀਂ। ਜਿਵੇਂ ਕਿ ਸ਼ਿਗਲੀਗਰੀ ਸਿੱਖਾਂ ਦਾ ਜ਼ਿਕਰ ਆ ਚੁੱਕਾ ਹੈ, ਉਸੇ ਤਰ੍ਹਾਂ ਈਸਾਈ ਮਿਸ਼ਨਰੀਆਂ ਤੇ ਦੂਜਿਆਂ ਚੋਂ ਵੀ ਹਰੇਕ ਨੇ ਇਹਨਾਂ ਦੇ ਡੇਰੇ ਆਪਣੇ ਆਪਣੇ ਡੇਰਿਆਂ ਤੇ ਡੋਰੇ ਪਾਏ, ਪਰ ਗੁਰਸਿੱਖੀ ਦੀ ਸਿੱਖੀ ਪੱਖੋਂ ਇਹ ਲੋਕ ਵੀ ਪੂਰੀ ਤਰ੍ਹਾਂ ਅਡੋਲ ਰਹੇ। ਜਦ ਕਿ ਇੱਕ ਸਰਵੇ ਅਨੁਸਾਰ 90% ਤੋਂ ਉੱਪਰ ਗਿਣਤੀ 'ਚ ਵਣਜਾਰੇ ਸਿੱਖ ਅੱਜ ਵੀ ਗਰੀਬੀ ਦੀ ਰੇਖਾ ਤੋਂ ਹੇਠਾਂ ਹਨ, ਬਿਲੋ ਪਾਵਰਟੀ ਲਾਈਨ, ਅਤੇ ਆਪਣਾ ਰੋਟੀ ਪਾਣੀ ਦਾ ਖਰਚਾ ਵੀ ਬੜੇ ਸਖਤ ਹਾਲਾਤਾਂ 'ਚ ਚਲਾਉਂਦੇ ਹਨ। ਸਿੱਖੀਗਰ ਸਿੱਖਾਂ ਦੇ ਮੁਕਾਬਲੇ ਇਹਨਾਂ ਕੋਲ ਫਿਰ ਵੀ ਵਾਧਾ ਦੱਸਿਆ ਜਾਂਦਾ ਹੈ ਕਿ ਇਹਨਾਂ ਕੋਲ ਆਪਣੀਆਂ ਜ਼ਮੀਨਾਂ ਤਾਂ ਬਹੁਤ ਹਨ, ਪਰ ਵਿਦਿਆ ਦੇ ਸਾਧਨ ਦੀ ਕਮੀ ਕਾਰਨ ਇਹ ਉਹਨਾਂ ਜ਼ਮੀਨਾਂ ਦਾ ਲਾਭ ਨਹੀਂ ਲੈ ਸਕਦੇ। ਇਸੇ ਕਾਰਨ ਸਮੇਂ ਦੇ ਨਾਲ ਨਾਲ ਇਹਨਾਂ ਚੋਂ ਵੀ ਕੁਝ ਲੋਕ ਆਪਣੇ ਪਿਤਾ ਪੁਰਖੀ ਵਣਜਾਂ ਨੂੰ ਤਿਆਗ ਕੇ ਹੋਰ ਕੰਮਾਂ ਕਾਰਾਂ 'ਚ ਜਾਣ ਨੂੰ ਮਜਬੂਰ ਹੋ ਰਹੇ ਹਨ। ਲੋੜ ਹੈ ਤਾਂ ਇਸ ਪੱਖੋਂ ਵੀ ਸਾਨੂੰ ਆਪਣੇ ਇਤਿਹਾਸ ਦੀ ਸੰਭਾਲ ਕਰਨ ਦੀ ਤੇ ਉਸ ਨੂੰ ਪਛਾਣਨ ਦੀ। ਫਿਰ ਸਚਾਈ ਇਹ ਹੈ ਕਿ ਸ਼ਿਕਲੀਗਰ ਸਿੱਖਾਂ ਦੀ ਤਰ੍ਹਾਂ ਇਹਨਾਂ ਵਣਜਾਰੇ ਸਿੱਖਾਂ ਦੀ ਵੀ ਸਿੱਖ ਇਤਿਹਾਸ ਨੂੰ ਵੱਡੀ ਦੇਣ ਹੈ। ਆਓ ਇਸ ਤੇ ਇੱਕ ਝਾਤ ਮਾਰੀਏ। ਇੱਕ ਸੂਚਨਾ ਅਨੁਸਾਰ 1699 ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਵਿਖੇ ਖੰਡੇ ਦੀ ਪਹੁਲ ਵਾਸਤੇ ਇਤਿਹਾਸਕ ਸਮਾਗਮ ਜਿਹੜਾ ਹੈ ਉਹ ਤਿਆਰ ਕੀਤਾ, ਤਾਂ ਉਹਦੇ 'ਚ 80,000 ਪ੍ਰਾਣੀ ਜਿਹੜੇ ਹਨ ਉਹ ਪਹੁੰਚੇ। ਉਹਨਾਂ 'ਚ ਵਣਜਾਰੇ ਸਿੱਖ ਵੀ ਕਾਫੀ ਗਿਣਤੀ 'ਚ ਸਨ। ਇੱਥੋਂ ਤੱਕ ਕਿ ਕੁਝ ਲਿਖਾਰੀਆਂ ਨੇ
ਭਾਈ ਬਚਿੱਤਰ ਸਿੰਘ ਤੇ ਉਸ ਦਾ ਭਰਾਤਾ ਉਦੇ ਸਿੰਘ ਦਾ ਨਾਮ ਸਿਕਲੀਗੜ੍ਹ ਸਿੱਖਾਂ 'ਚ ਤੇ ਕੁਝ ਨੇ ਵਣਜਾਰੇ ਸਿੱਖਾਂ ਦੀ ਗਿਣਤੀ 'ਚ ਦਿੱਤਾ ਹੋਇਆ ਹੈ। ਫਿਰ ਵੀ ਸਾਨੂੰ ਅਜਿਹੀਆਂ ਵੰਡੀਆਂ 'ਚ ਜਾਣ ਦੀ ਲੋੜ ਨਹੀਂ। ਦੇਖਣਾ ਇਹ ਹੈ ਕਿ ਆਖਰ ਇਹ ਸਾਰੇ ਹਨ ਤਾਂ ਗੁਰੂ ਸਾਹਿਬ ਨੂੰ ਸਮਰਪਿਤ ਸਿੱਖ ਅਤੇ ਸਿੱਖ ਇਤਿਹਾਸ ਦਾ ਅਨਿਖੜਵਾਂ ਤੇ ਚਮਕਦਾ ਸਿਤਾਰਾ ਹਨ। ਇੱਥੋਂ ਤੱਕ ਕਿ ਇਹ ਵਣਜਾਰੇ ਸਿੱਖ ਆਪਣੇ ਆਪ 'ਚ ਭਾਈ ਮੱਖਣ ਸ਼ਾਹ ਲਵਾਣੇ, ਇਸ ਤੋਂ ਬਾਅਦ ਭਾਈ ਲੱਖੀ ਸ਼ਾਹ ਵਣਜਾਰੇ ਦੀਆਂ ਮਹਾਨ ਕਰਨੀਆਂ ਨੂੰ ਆਧਾਰ ਬਣਾ ਕੇ ਇਹ ਆਪਣੇ ਉਹਨਾਂ ਪੂਰਵਜਾਂ ਨੂੰ ਯਾਦ ਕਰਦੇ ਤੇ ਉਹਨਾਂ ਤੋਂ ਵਾਰੇ-ਵਾਰੇ ਜਾਂਦੇ ਹਨ। ਜਿਵੇਂ ਕਿ ਭਾਈ ਲੱਖੀ ਸ਼ਾਹ ਵਣਜਾਰੇ ਨੇ ਗੁਰਦੇਵ ਦੇ ਧੜ ਦਾ ਸੰਸਕਾਰ ਕਰਨ ਲਈ ਆਪਣੇ ਭਰੇ ਭਰਾਏ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਿਵੇਂ ਕਿ ਅਸੀਂ ਉੱਪਰ ਇਸ ਦਾ ਵਰਣਨ ਕਰ ਚੁੱਕੇ ਹਾਂ। ਇਸ ਤਰ੍ਹਾਂ ਆਪਣੇ ਆਪ ਲਈ ਉਹਨਾਂ ਨੂੰ ਵੰਸ਼ਜ ਹੋਣ ਤੇ ਵੱਡਾ ਫਖਰ ਹੈ ਕਿ ਅਸੀਂ ਐਡੇ ਮਹਾਨ ਸਿੱਖਾਂ ਦੇ ਜਿਹੜੇ ਹਾਂ ਉਹ ਵੰਸ਼ਜ ਹਾਂ। ਜਿਸ ਘਰ ਗੁਰੂ ਨਾਨਕ ਪੂਜਾ ਉਸ ਘਰ 'ਚ ਦਿਓ ਨਾ ਦੂਜਾ। ਗੁਰੂ ਪਾਤਸ਼ਾਹ ਦੇ ਸਤਿਕਾਰ ਨਾਲ ਸੰਬੰਧਿਤ ਇਹ ਤੇ ਅਜਿਹੀਆਂ ਵਿਸ਼ੇਸ਼ ਸ਼ਬਦਾਵਲੀਆਂ ਇਹਨਾਂ ਵਣਜਾਰਿਆਂ ਦੀਆਂ ਹੀ ਹਨ ਕਿ ਜਿਸ ਘਰ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਮੰਨਿਆ ਜਾਂਦਾ, ਉਸ ਘਰ ਵਿੱਚ ਕਿਸੇ ਹੋਰ ਦੇਵੀ ਦੇਵਤੇ ਨੂੰ ਨਹੀਂ ਪੂਜਿਆ ਜਾਂਦਾ। ਪਟਵਈਆਂ ਤੋਂ ਅਜਿਹੇ ਵੇਰਵੇ ਵੀ ਮਿਲਦੇ ਹਨ ਕਿ ਭਾਈ ਮੱਖਣ ਸ਼ਾਹ ਦਾ ਟਾਂਡਾ ਕਸ਼ਮੀਰ ਸ਼੍ਰੀਨਗਰ 'ਚ ਸੀ ਤੇ ਉਸਦੇ ਟਾਂਡੇ ਦਾ ਨਾਮ ਉਸ ਇਲਾਕੇ ਦੇ ਨਾਮ ਤੇ ਆਧਾਰਿਤ ਮੋਟੇ ਟਾਂਡਾ ਸੀ। ਇਹ ਵੀ ਕਿ ਭਾਈ ਮੱਖਣ ਸ਼ਾਹ ਦਾ ਪਰਿਵਾਰ ਭਾਈ ਮੱਖਣ ਸ਼ਾਹ ਦੇ ਪਿਤਾ ਭਾਈ ਦਾਸਾ ਜੀ ਰਾਹੀਂ 6ਵੇਂ ਪਾਤਸ਼ਾਹ ਦੇ ਸਮੇਂ ਗੁਰੂ ਦਰ ਨਾਲ ਜੁੜਿਆ ਸੀ। ਉਪਰੰਤ ਇਹ ਵੀ ਕਿ ਭਾਈ ਮੱਖਣ ਸ਼ਾਹ ਦੇ ਪਿਤਾ ਭਾਈ ਦਾਸਾ ਮੋਟੇ ਟਾਂਡਾ ਸ਼੍ਰੀਨਗਰ 'ਚ ਹੀ ਰਹਿੰਦੇ ਸਨ ਤੇ ਉਹ ਗੁਰਪੁਰੀ ਨੂੰ ਵੀ ਉੱਥੇ ਹੀ ਸਿਧਾਰੇ ਸਨ। ਪਟਵਈਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ 7ਵੇਂ ਪਾਤਸ਼ਾਹ ਜਦੋਂ ਕਸ਼ਮੀਰ ਦੇ ਦੌਰੇ ਤੇ ਗਏ ਤਾਂ ਆਪ ਵੀ ਭਾਈ ਦਾਸਾ ਭਾਵ ਭਾਈ ਮੱਖਣ ਸ਼ਾਹ ਦੇ ਟਾਂਡੇ ਮੋਟੇ ਟਾਂਡਾ 'ਚ ਹੀ 4 ਮਹੀਨੇ ਟਿਕੇ ਰਹੇ। ਇਸ ਸਬੰਧ 'ਚ ਹੋਰ ਕਈ ਸਿੱਖ ਵਿਦਵਾਨਾਂ ਦੀ ਤਰ੍ਹਾਂ ਸਿੱਖ ਚਿੰਤਕ ਰਿਟਾਇਰਡ ਕਰਨਲ ਡਾਕਟਰ ਦਵਿੰਦਰ ਸਿੰਘ ਜੀ ਗਰੇਵਾਲ ਨੇ ਵੀ ਆਪਣੀ ਇੱਕ ਲਿਖਤ 'ਚ ਵਣਜਾਰਿਆਂ, ਸਤਨਾਮੀਆਂ, ਸਿਕਲੀਗਰਾਂ ਤੇ ਹੋਰ ਨਾਨਕ ਪੰਥੀਆਂ ਬਾਰੇ ਭਰਵੀਂ ਜਾਣਕਾਰੀ ਦਿੱਤੀ ਹੈ। ਇਹਨਾਂ ਜਾਣਕਾਰੀਆਂ 'ਚ ਹੀ ਆਪ ਵਣਜਾਰੇ ਸਿੱਖਾਂ ਸੰਬੰਧੀ 2 ਵਿਸ਼ੇਸ਼ ਸੂਚਨਾਵਾਂ ਵੀ ਦਿੰਦੇ ਹਨ। ਇਹਨਾਂ 'ਚੋਂ ਇੱਕ ਖਬਰ ਸਨ 1711 'ਚ ਹੋਏ 40 ਸਿੱਖ ਵਣਜਾਰਿਆਂ ਦੇ ਅਥਾਹ ਪੰਥਕ ਪਿਆਰ ਤੇ ਉਹਨਾਂ ਦੀ ਸ਼ਹਾਦਤ ਨਾਲ ਸੰਬੰਧਿਤ ਹੈ। ਖਬਰ ਅਨੁਸਾਰ ਮੁਲਤਾਨ, ਜੋ ਕਿ ਅੱਜ ਕੱਲ੍ਹ ਪਾਕਿਸਤਾਨ ਦੇ ਨੇੜੇ ਆਲੋਵਾਲ ਵਿਖੇ 40 ਸਿੱਖ ਵਣਜਾਰਿਆਂ ਨੂੰ ਇਕੱਠੇ ਹੀ ਸ਼ਹੀਦ ਕੀਤਾ ਗਿਆ ਸੀ। ਖਬਰ ਅਨੁਸਾਰ ਉੱਥੋਂ ਦੇ ਸਰਬਰਾਹ ਖਾਂ ਕੋਤਵਾਲ ਨੂੰ ਹੁਕਮ ਹੋਇਆ ਕਿ ਮੁਲਤਾਨ ਦੇ ਇਲਾਕੇ ਤੋਂ 40 ਵਣਜਾਰੇ ਸਿੱਖ ਲਿਆਂਦੇ ਗਏ ਹਨ। ਜੇਕਰ ਉਹ ਇਸਲਾਮ ਕਬੂਲ ਕਰ ਲੈਣ ਤਾਂ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਏ, ਜੇਕਰ ਉਹ ਅਜਿਹਾ ਨਾ ਕਰਨ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਏ। ਇਸ ਤੇ ਬਾਦਸ਼ਾਹ ਨੂੰ ਦੱਸਿਆ ਗਿਆ ਕਿ ਇਸ ਦੇ ਲਈ ਉਹ ਨਹੀਂ ਮੰਨੇ ਅਤੇ ਕੁਫਰ ਦਾ ਸਾਥ ਛੱਡਣ ਨੂੰ ਤਿਆਰ ਨਹੀਂ ਹੋਏ, ਆਪ ਸਿੱਖੀ ਨੂੰ ਤਿਆਗਣ ਲਈ ਤਿਆਰ ਨਹੀਂ ਹੋਏ। ਉਪਰੰਤ ਸ਼ਾਹੀ ਹੁਕਮ ਸੀ ਕਿ ਉਹਨਾਂ ਨੂੰ ਮਾਰ ਦਿੱਤਾ ਜਾਏ। ਆਫਰੀਨ, ਕੁਰਬਾਨ, ਬਲਿਹਾਰ ਉਹਨਾਂ ਗੁਰੂ ਕੇ ਇਹਨਾਂ ਲਾਡਲਿਆਂ ਨੂੰ, ਉਹਨਾਂ ਚੋਂ ਕਿਸੇ ਨੇ ਵੀ ਸਿੱਖੀ ਨੂੰ ਨਹੀਂ ਤਿਆਗਿਆ। ਇਸ ਤਰ੍ਹਾਂ ਉਹਨਾਂ ਸਾਰਿਆਂ ਨੂੰ ਇਕੱਠਿਆਂ ਹੀ ਸ਼ਹੀਦ ਕਰ ਦਿੱਤਾ ਗਿਆ। ਰੈਫਰੈਂਸ ਲਈ ਅਖਬਾਰਾਤ ਮੋਹੱਲਾ 11 ਅਕਤੂਬਰ ਸਨ 1711, 10 ਰਮਜ਼ਾਨ ਹਿਜਰੀ 1123 ਸਨ ਪੰਚਮ ਬਹਾਦਰ ਸ਼ਾਹੀ। ਕਰਨਲ ਸਾਹਿਬ ਅਨੁਸਾਰ ਇਸ ਸੰਬੰਧ ਦੂਜੀ ਘਟਨਾ ਉਹਨਾਂ ਨੇ ਇਸ ਤਰ੍ਹਾਂ ਦੱਸੀ ਹੈ ਕਿ ਮਹਾਰਾਸ਼ਟਰ ਦੇ ਫੇਰੇ ਸਮੇਂ ਉਹ ਪਿੰਡ ਪਛੌੜ 'ਚ ਵੀ ਗਏ, ਕਿਉਂਕਿ ਉੱਥੇ ਇਹਨਾਂ ਵਣਜਾਰੇ ਸਿੱਖਾਂ ਦੇ ਭਾਰੀ ਵਸੋਂ ਸੀ। ਇਸ ਲਈ ਉੱਥੇ ਉਹਨਾਂ ਨੇ ਇਹਨਾਂ ਗੁਰਦੁਆਰਿਆਂ ਲਈ ਇੱਕ ਗੁਰਦੁਆਰਾ ਬਣਾਉਣਾ ਸੀ। ਇਸ ਦੌਰਾਨ ਉੱਥੇ ਹੈਰਾਨੀਜਨਕ ਗਾਥਾ ਇੱਕ ਵਾਪਰੀ ਕਿ ਭਾਈ ਮਾਨ ਸਿੰਘ ਤਲੇਗਾਉਂ ਦਾ ਵਿਆਹ ਭਾਈ ਮੰਨੂ ਸਿੰਘ ਦੀ ਲੜਕੀ ਨਾਲ ਹੋਇਆ। ਉਸ ਲਿਖਤ ਅਨੁਸਾਰ ਮਾਨ ਸਿੰਘ ਚੰਗਾ ਜੋਸ਼ੀਲਾ ਸਿੱਖ ਪ੍ਰਚਾਰਕ ਸੀ ਤੇ ਉਸਨੇ ਸਾਰੇ ਪਿੰਡ ਨੂੰ ਖੰਡੇ ਦੀ ਪੌਲ ਲਈ ਤਿਆਰ ਕਰਨਾ ਵੀ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਉੱਥੇ ਉਸ ਪਿੰਡ 'ਚ ਵੀ ਉਸਨੇ ਇੱਕ ਗੁਰਦੁਆਰਾ ਬਣਾਉਣ ਦੀ ਯੋਜਨਾ ਬਣਾ ਲਈ। ਇਸ ਸੰਬੰਧ 'ਚ ਪਹਿਲਾਂ ਤਾਂ ਪਿੰਡ ਵਾਸੀਆਂ ਨੇ ਗੁਰਦੁਆਰੇ ਲਈ ਉਸ ਨੂੰ ਜ਼ਮੀਨ ਦੇਣ ਦਾ ਵਾਅਦਾ ਕਰ ਦਿੱਤਾ, ਪਰ ਸਮੇਂ ਸਿਰ ਉਹ ਲੋਕ ਆਪਣੇ ਵਾਅਦੇ ਤੋਂ ਮੁਕਰ ਗਏ। ਦੂਜੇ ਪਾਸੇ ਮਾਨ ਸਿੰਘ ਵੀ
ਵੱਡਾ ਦ੍ਰਿੜ ਇਰਾਦਾ ਇਨਸਾਨ ਸੀ। ਬਦਲੇ 'ਚ ਇਸਨੇ ਵੀ ਐਲਾਨ ਕਰ ਦਿੱਤਾ ਕਿਉਂਕਿ ਫੈਸਲਾ ਹੋ ਚੁੱਕਾ ਹੈ, ਇਸ ਲਈ ਗੁਰਦੁਆਰਾ ਤਾਂ ਅਵਸ਼ ਬਣੇਗਾ ਹੀ। ਫਿਰ ਇਸ ਦੇ ਲਈ ਭਾਵੇਂ ਉਸਨੂੰ ਆਪਣਾ ਮਕਾਨ ਤੋੜ ਕੇ ਹੀ ਗੁਰਦੁਆਰਾ ਕਿਉਂ ਨਾ ਬਣਾਉਣਾ ਪਵੇ। ਕਿੰਨਾ ਪੱਕਾ ਇਰਾਦਾ ਇਸ ਮਾਨ ਸਿੰਘ ਗੁਰਸਿੱਖ ਦਾ ਸੀ ਕਿ ਜਦੋਂ ਮਨ ਵਿੱਚ ਧਾਰਨ ਕਰ ਲਿਆ, ਐਲਾਨ ਕਰ ਦਿੱਤਾ ਕਿ ਗੁਰਦੁਆਰਾ ਬਣਨਾ ਹੈ, ਤੇ ਭਾਵੇਂ ਪਿੰਡ ਵਾਸੀ ਜ਼ਮੀਨ ਨਾ ਦੇਣ, ਤਾਂ ਉਹਨੇ ਕਿਹਾ ਮੈਂ ਆਪਣਾ ਘਰ ਤੋੜ ਕੇ ਗੁਰਦੁਆਰਾ ਮੈਂ ਇੱਥੇ ਬਣਾਉਣਾ ਹੈ, ਜ਼ਰੂਰ ਬਣਾਵਾਂਗਾ। ਹੋਇਆ ਹੈ ਕਿ ਜਦੋਂ ਪਿੰਡ ਵਾਲੇ ਆਪਣੇ ਵਾਅਦੇ ਤੋਂ ਮੁੱਕਰ ਗਏ ਤਾਂ ਕੁਝ ਦਿਨ ਬਾਅਦ ਇਸਨੇ ਸੱਚਮੁੱਚ ਹੀ ਉੱਤਮ ਕਾਰਜ ਲਈ ਆਪਣੇ ਮਕਾਨ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਕਰਨਲ ਸਾਹਿਬ ਦੇ ਲਫ਼ਜ਼ਾਂ 'ਚ ਉਸਨੇ ਆਪਣੇ ਮਕਾਨ ਨੂੰ ਅਜੇ ਅੱਧਾ ਹੀ ਤੋੜਿਆ ਸੀ ਕਿ ਇਸ ਦੇ ਪਿੰਡ ਵਾਲਿਆਂ ਨੂੰ ਵੀ ਆਪਣੀ ਵਾਅਦਾ ਖਿਲਾਫੀ ਤੇ ਪਛਤਾਵਾ ਹੋਇਆ, ਤੇ ਉਸਨੇ ਵੀ ਉਸ ਗੁਰਦੁਆਰੇ ਲਈ, ਉਹਨਾਂ ਨੇ ਪਿੰਡ ਵਾਸੀਆਂ ਨੇ ਵੀ ਉਸ ਗੁਰਦੁਆਰੇ ਲਈ ਆਪਣੇ ਆਪ ਜ਼ਮੀਨ ਦੇ ਦਿੱਤੀ। ਨਤੀਜਾ ਇਹ ਹੋਇਆ ਕਿ ਇਸ ਨਾਲ ਪੂਰੇ ਪਿੰਡ 'ਚ ਅਜਿਹਾ ਜੋਸ਼ ਪੈਦਾ ਹੋ ਗਿਆ ਕਿ ਉੱਥੋਂ ਦੇ ਵਾਸੀਆਂ ਨੇ ਆਪਣੇ ਆਪ ਅੱਗੇ ਹੋ ਕੇ ਵੱਡੀ ਗਿਣਤੀ 'ਚ ਖੰਡੇ ਦੀ ਪੌਲ ਵੀ ਲਈ। ਆਓ ਵਣਜਾਰਿਆਂ ਤੋਂ ਬਾਅਦ ਅਸੀਂ ਸਿੱਖੇ ਵਿਚਾਰ ਸਤਨਾਮੀਆਂ ਜਿਹੜੇ ਸਿੱਖ ਹਨ ਉਹਨਾਂ ਬਾਰੇ ਵੀ ਕਰੀਏ। ਇਸ ਤੋਂ ਬਾਅਦ ਸੰਖੇਪ ਜਿਹਾ ਜ਼ਿਕਰ ਕਰ ਰਹੇ ਹਾਂ ਸਤਨਾਮੀ ਸਿੱਖਾਂ ਦਾ। ਸਤਨਾਮੀ ਨਾਨਕ ਪੰਥੀ ਸਿੱਖਾਂ ਦਾ ਇਤਿਹਾਸ ਖਾਸ ਤੌਰ ਤੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਚਾਰ ਦੌਰਿਆਂ ਤੋਂ ਆਰੰਭ ਹੁੰਦਾ ਹੈ। ਤੇ ਕਈ ਵਾਰੀ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਸਤਨਾਮੀਆਂ ਦਾ ਗੁਰੂ ਸਾਹਿਬ ਦੇ ਨਾਲ ਕਿਵੇਂ ਜੋੜ ਬਣਦਾ ਹੈ। ਇਹ ਗੁਰੂ ਨਾਨਕ ਪਾਤਸ਼ਾਹ ਦੇ ਆਦੇਸ਼ ਅਨੁਸਾਰ ਉਸ ਸਮੇਂ ਤੋਂ ਸਤਨਾਮ ਦਾ ਹੀ ਜਾਪ ਕਰਦੇ ਹਨ। ਅੱਗੇ ਚੱਲ ਕੇ ਇਹਨਾਂ ਨੇ ਦੱਖਣੀ ਹਰਿਆਣਾ ਤੇ ਉੱਤਰੀ ਰਾਜਸਥਾਨ ਦੇ ਕਾਫੀ ਇਲਾਕੇ ਨੂੰ ਕਾਫੀ ਸਮਾਂ ਆਪਣੇ ਕਬਜ਼ੇ ਹੇਠ ਰੱਖਿਆ। ਇਤਿਹਾਸਕ ਵੇਰਵਿਆਂ ਅਨੁਸਾਰ ਔਰੰਗਜ਼ੇਬ ਵੱਲੋਂ 1667 ਹਿੰਦੂਆਂ ਤੇ 5% ਜਜ਼ੀਆ ਟੈਕਸ ਲਾਗੂ ਕਰ ਦਿੱਤਾ। ਇਹ ਟੈਕਸ ਹਿੰਦੂਆਂ ਨੂੰ ਹਿੰਦੂ ਹੋਣ ਕਰਕੇ ਹਕੂਮਤ ਦੇ ਖਜ਼ਾਨੇ 'ਚ ਆਪ ਜਾ ਕੇ ਜਮ੍ਹਾਂ ਕਰਵਾਉਣਾ ਹੁੰਦਾ ਸੀ, ਜਦਕਿ ਸਿੱਖਾਂ ਤੇ ਇਹ ਟੈਕਸ ਲਾਗੂ ਨਹੀਂ ਸੀ ਹੁੰਦਾ। ਉਪਰੰਤ ਹੋਇਆ ਇਹ ਕਿ ਸਨ 1671 ਵਿੱਚ ਨੌਵੇਂ ਪਾਤਸ਼ਾਹ ਦੇ ਪ੍ਰਚਾਰ ਦੌਰੇ ਸਦਕਾ ਇਹਨਾਂ ਸਤਨਾਮੀਆਂ ਦੇ ਆਤਮਕ ਬਲ 'ਚ ਵੀ ਭਾਰੀ ਵਾਧਾ ਹੋਇਆ। ਤਾਂ ਨੋਟ ਕਰੋ ਕਿ ਸਨ 1671 ਨੂੰ ਜਿਵੇਂ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਇਲਾਕਿਆਂ ਦੇ ਵਿੱਚ ਗਏ, ਜਿਹੜੇ ਹਰਿਆਣਾ ਔਰ ਰਾਜਸਥਾਨ ਇਹਨਾਂ ਇਲਾਕਿਆਂ 'ਚ ਵੀ ਉਹਨਾਂ ਨੇ ਗਏ, ਤਾਂ ਉੱਥੇ ਉਹਨਾਂ ਨੇ ਸਤਨਾਮੀਆਂ ਦੇ ਵਿੱਚ ਵੀ ਗੁਰੂ ਸਾਹਿਬ ਦੀ ਸਿੱਖਿਆ ਦਾ ਬੜਾ ਅਸਰ ਹੋਇਆ ਤੇ ਉਹ ਵੀ ਆਪਣੇ ਆਪ ਨੂੰ ਸਿੱਖ ਜਿਹੜਾ ਕਹਾਉਣ ਲੱਗ ਪਏ। ਇਹ ਗੁਰੂ ਦਰ ਨਾਲ ਮਨ ਕਰਕੇ ਇਤਨਾ ਵੱਧ ਜੁੜ ਗਏ ਕਿ ਇਹਨਾਂ ਨੇ ਹਕੂਮਤ ਨੂੰ ਜਜ਼ੀਆ ਟੈਕਸ ਦੇਣਾ ਵੀ ਬੰਦ ਕਰ ਦਿੱਤਾ। ਇਸ ਤੇ ਨੌਵੇਂ ਪਾਤਸ਼ਾਹ ਦੇ ਪ੍ਰਚਾਰ ਦੌਰੇ ਤੋਂ ਬਾਅਦ ਜਦੋਂ ਸਰਕਾਰੀ ਕਾਰਕੁਨ ਇਹਨਾਂ ਕੋਲੋਂ ਜਜ਼ੀਆ ਗੁਰਾਨ ਆਏ ਤਾਂ ਇਹਨਾਂ ਨੇ ਉਹਨਾਂ ਨੂੰ ਇਹ ਕਹਿ ਕੇ ਜਜ਼ੀਆ ਦੇਣ ਤੋਂ ਮਨਾ ਕਰ ਦਿੱਤਾ ਕਿ ਹੁਣ ਅਸੀਂ ਆਪਣੀਆਂ ਸੇਵਾਵਾਂ ਗੁਰੂ ਦਰਬਾਰ ਨੂੰ ਹੀ ਭੇਜਦੇ ਹਾਂ ਤੇ ਸਰਕਾਰ ਨੂੰ ਜਜ਼ੀਆ ਨਹੀਂ ਦੇਵਾਂਗੇ। ਇਸ ਤੇ ਜਦੋਂ ਸਿਪਾਹੀਆਂ ਨੇ ਉਹਨਾਂ ਨਾਲ ਜ਼ੋਰ ਜ਼ਬਰਦਸਤੀ ਕੀਤੀ ਤਾਂ ਇਹਨਾਂ ਨੇ ਉਹਨਾਂ ਸਿਪਾਹੀਆਂ ਨੂੰ ਵੀ ਕੁਟਾਪਾ ਚਾੜਿਆ। ਉਪਰੰਤ ਜਦੋਂ ਇਲਾਕੇ ਦੇ ਹਾਕਮ ਨੇ ਫੌਜ ਚੜਾ ਕੇ ਇਹਨਾਂ ਤੇ ਬਾਰ-ਬਾਰ ਹਮਲੇ ਸ਼ੁਰੂ ਕਰ ਦਿੱਤੇ ਤਾਂ ਇਹਨਾਂ ਨੇ ਉਹਨਾਂ ਫੌਜੀਆਂ ਨੂੰ ਵੀ ਨਾਰਨੋਲ ਖਾਲੀ ਕਰਕੇ ਦੌੜਨ ਲਈ ਮਜਬੂਰ ਕਰ ਦਿੱਤਾ। ਇਸ ਤੇ ਲੋਕਾਂ 'ਚ ਇਹ ਗੱਲ ਫੈਲ ਗਈ ਕਿ ਇਹਨਾਂ ਨੂੰ ਨੌਵੇਂ ਪਾਤਸ਼ਾਹ ਦਾ ਵਰਦਾਨ ਹਾਸਲ ਹੈ, ਇਸ ਲਈ ਇਹਨਾਂ ਨੂੰ ਜਿੱਤਿਆ ਹੀ ਨਹੀਂ ਜਾ ਸਕਦਾ। ਉਧਰ ਔਰੰਗਜ਼ੇਬ ਨੇ ਵੀ ਸ਼ਾਹੀ ਦਰਬਾਰ 'ਚ ਇਸ ਨੂੰ ਮੁਗਲਿਆ ਹਕੂਮਤ ਦੇ ਖਿਲਾਫ ਵਿਦਰੋਹ ਦੇ ਰੂਪ 'ਚ ਲੈ ਲਿਆ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖਿਆ ਤੇ ਚੱਲ ਕੇ ਇਹਨਾਂ ਨੇ ਆਪਣੇ ਆਪ ਨੂੰ ਸਿੱਖ ਕਹਿਣਾ ਸ਼ੁਰੂ ਕਰ ਦਿੱਤਾ। ਤੇ ਜਦੋਂ ਜਜ਼ੀਆ ਲੈਣ ਗਏ, ਕਿਉਂਕਿ ਪਹਿਲੇ ਇਹਨਾਂ ਨੂੰ ਹਿੰਦੂ ਸਮਝਦੇ ਸਨ, ਤੇ ਜਦੋਂ ਇਹਨਾਂ ਨੇ ਕਿਹਾ ਕਿ ਅਸੀਂ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਹਾਂ ਤੇ ਅਸੀਂ ਕੋਈ ਜਜ਼ੀਆ ਨਹੀਂ ਦੇਣਾ, ਤਾਂ ਫੌਜਾਂ ਨੇ ਔਰ ਲੋਕਲ ਪੁਲਿਸ ਨੇ ਉਹਨਾਂ ਦੇ ਉੱਪਰ ਜਿਹੜਾ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਤੇ ਔਰੰਗਜ਼ੇਬ ਨੇ ਵੀ ਇਸ ਨੂੰ ਜਜ਼ੀਆ ਨਾ ਦੇਣ ਨੂੰ ਹਕੂਮਤ ਦੇ ਖਿਲਾਫ ਵਿਦਰੋਹ ਦੇ ਰੂਪ ਲੈ ਲਿਆ। ਇਸ ਲਈ ਔਰੰਗਜ਼ੇਬ ਨੇ ਆਪਣੀ ਫੌਜਾਂ ਦੀ ਹਾਰ ਤੋਂ ਛਿੱਥੇ ਪੈ ਕੇ ਇਹਨਾਂ ਨੂੰ ਮਾਰ ਮੁਕਾਉਣ ਦਾ ਫੈਸਲਾ ਕਰ ਲਿਆ। ਉਸਨੇ ਆਪਣੀ ਪੂਰੀ ਤਾਕਤ ਤੇ ਫੌਜਾਂ ਵਰਤ ਕੇ ਇਹਨਾਂ ਦੀ ਨਸਲਕੁਸ਼ੀ ਲਈ ਆਪਣੇ ਪੂਰੇ ਵਸੀਲੇ ਵਰਤਨੇ ਆਰੰਭ ਕਰ ਦਿੱਤੇ। ਇਹ ਹੁਣ ਨੋਟ ਕਰਨ ਵਾਲੀ ਗੱਲ ਹੈ ਕਿ ਜਿਹਦੇ ਹਾਲੀ ਔਰੰਗਜ਼ੇਬ ਦੀ ਨਿਗਾਹ ਜਿਹੜੀ ਹੈ ਕਸ਼ਮੀਰ ਵੱਲ ਨਹੀਂ ਪਈ,
कि उत्थे ब्राह्मणां दे जंजू ला करके उन्हां नूं भी कन्वर्ट कर दी। तो इस तो पहला सतनामियां ने औरंगजेब दे नाल जिहड़ी है वो टक्कर लई है। औरंगजेब ने अपने एक जरनैल सैयद अहमद खान के अधीन सेना की एक वड्डी टुकड़ी तैयार करवाई। वो इसलिए औरंगजेब का एक होर जिहड़ा एक मिलिटरी का जिहड़ा अटैक करता सी, ਉਹਦਾ एक तरीका सीगा कि ਜਦੋਂ ਉਹਦੇ ਕੋਲ ਆਪਣੀ फौज ਜਿਹੜੀ है वो घट नज़र आउंदी सी ਤਾਂ ਉਹ ਨਾਲ ਦੇ ਜਿਹੜੇ ਸੂਬੇ ਹੁੰਦੇ ਸਨ ਉਹਨਾਂ ਦੇ ਲਾਹੌਰ ਦੇ ਹੋ ਗਏ, ਕਸ਼ਮੀਰ ਦੇ ਹੋ ਗਏ, ਜਿਹੜਾ ਸਰਹੰਦ ਦੇ ਹੋ ਗਏ, तो ਇਹਨਾਂ ਦੇ ਜਿਹੜੇ ਇਲਾਕੇ ਦੇ फौजदार ਹੁੰਦੇ ਸਨ ਉਹਨਾਂ ਦੀ ਵੀ ਆਪਣੇ ਨਾਲ फौज ਜਿਹੜਾ ਲਾ ਲਿਆ ਕਰਦੇ ਸਨ। तो उस ਲਈ कि उस ਦੀਆਂ फौजां ਦੇ ਮਨ 'ਚ ਵੀ ਇਹ ਗੱਲ ਬੈਠੀ ਹੋਈ ਸੀ कि ਸਤਨਾਮੀਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਵਰ ਪ੍ਰਾਪਤ ਹੈ कि उन्होंने जित्या नहीं जा सकता। उस लेखक मुताबिक उसने अपनी फौजियां दे इस पक्षों हौसले बुलंद करने लई उन्हां दे हत्थ च कुरान दी आयतां वाले झंडे पकड़ा दिते। भाव उन्हां वालों एक जिहाद जिहड़ा है वो शुरू किया कि इन्हां जिहड़े हन सतनामी है इन्हां नूं मार मुकाउणा है कि उन्हां दे हत्थ विच कुरान दी आयतां दे झंडे पकड़ा दिते कि जेकर गुरु तेग बहादुर साहब दी कोई शक्ति अगों होवे ਤੇ ਉਸ ਦਾ ਇਹ ਜਿਹੜੇ ਝੰਡੇ ਹਨ ਆਇਤਾਂ ਵਾਲੇ ਉਹ ਮੁਕਾਬਲਾ ਕਰਨ। ਇਸ ਤਰ੍ਹਾਂ ਉਹਨਾਂ ਨੂੰ ਭਰੋਸਾ ਦਿੱਤਾ ਕਿ ਇਹਨਾਂ ਆਇਤਾਂ ਕਰਨ ਤੁਹਾਡੀ ਜਿੱਤ ਹੋਵੇਗੀ ਅਤੇ ਸਤਨਾਮੀ ਹਾਰ ਜਾਣਗੇ। ਇਸ ਤਰ੍ਹਾਂ ਵੱਡੇ ਹਥਿਆਰਾਂ, ਤੋਪਾਂ, ਘੁੜਸਵਾਰ ਤੇ ਪੈਦਲ ਫੌਜਾਂ ਨਾਲ ਲੈਸ ਹੋ ਕੇ ਸੈयद ਅਹਿਮਦ ਖਾਨ ਇਹਨਾਂ ਮੁੱਠੀ ਭਰ ਸਤਨਾਮੀਆਂ ਦੇ ਟੁੱਟ ਪਿਆ। ਗੁਰਦੇਵ ਦੀ ਬਖਸ਼ਿਸ਼ ਸਦਕਾ ਔਰੰਗਜ਼ੇਬ ਫਿਰ ਵੀ ਇਹਨਾਂ ਦੀ ਨਸਲਕੁਸ਼ੀ ਤਾਂ ਨਾ ਕਰ ਸਕਿਆ, ਪਰ ਉਸਨੇ ਇਹਨਾਂ ਸਤਨਾਮੀਆਂ ਨੂੰ ਆਪਣੇ ਮੂਲ ਇਲਾਕਿਆਂ ਚੋਂ ਹਟਣ ਲਈ ਮਜਬੂਰ ਕਰ ਦਿੱਤਾ। ਉਸ ਦੇ ਇਸ ਖੂੰਖਾਰ ਹਮਲੇ ਦਾ ਨਤੀਜਾ ਹੋਇਆ ਕਿ ਇਹ ਵਿਚਾਰੇ ਆਪਣੀ ਜੱਦੀ ਕੁਸ਼ਤੀ ਇਲਾਕਿਆਂ ਚੋਂ ਉਖੜ ਗਏ। ਇਸ ਤਰ੍ਹਾਂ ਇਹਨਾਂ ਨੂੰ ਆਪਣੇ ਬਚਾਅ ਲਈ ਮੱਧ ਪ੍ਰਦੇਸ਼ ਤੋਂ ਵੀ ਅੱਗੇ ਦੂਰ ਜੰਗਲਾਂ 'ਚ ਜਾ ਕੇ ਵਸਣਾ ਪਿਆ। ਕਾਰਨ ਸੀ ਕਿ ਉਦੋਂ ਤੱਕ ਲਗਾਤਾਰ ਇਹਨਾਂ ਪਿੱਛੇ ਉਹ ਸ਼ਾਹੀ ਫੌਜਾਂ ਜਿਹੜੀਆਂ ਹਨ ਉਹ ਲੱਗੀਆਂ ਹੋਈਆਂ ਸਨ। ਜਦੋਂ ਤੱਕ ਕਿ ਔਰੰਗਜ਼ੇਬ ਨੇ ਉਹਨਾਂ ਫੌਜਾਂ ਨੂੰ ਵਾਪਸ ਹੀ ਨਹੀਂ ਬੁਲਾ ਲਿਆ। ਇਸ ਤਰ੍ਹਾਂ ਸਤਨਾਮੀਆਂ ਨੇ ਇਹ ਪਰਿਵਾਰ ਜੰਗਲੀ ਇਲਾਕਿਆਂ 'ਚ ਫੈਲ ਜਾਣ ਕਾਰਨ ਆਪਸ 'ਚ ਵੀ ਇਕੱਠੇ ਨਾ ਰਹਿ ਸਕੇ ਤੇ ਇਸ ਤਰ੍ਹਾਂ ਇਹ ਵਿਚਾਰੇ ਆਪਸ 'ਚ ਵੀ ਖਿੰਡ ਗਏ। ਉਸ ਸਮੇਂ ਤੋਂ ਅੱਜ ਤੱਕ ਇਹ ਲੋਕ ਉਹਨਾਂ ਜੰਗਲਾਂ ਦੇ ਵਾਸੀ ਹੋ ਕੇ ਰਹਿ ਗਏ ਹਨ। ਇਸ ਸਾਰੇ ਦੇ ਬਾਵਜੂਦ ਅੱਜ ਵੀ ਇਹ ਲੋਕ ਮਨ ਕਰਕੇ ਗੁਰੂਦਾਰ ਨਾਲ ਜੁੜੇ ਹੋਏ ਹਨ। ਇਸ ਸਮੇਂ ਇਹਨਾਂ ਦੀ ਕਰੋੜ ਤੋਂ ਵੱਧ ਵਸੋਂ ਮੱਧ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ ਤੇ ਬੰਗਾਲ ਆਦਿ ਪ੍ਰਾਂਤਾਂ 'ਚ ਦੱਸੀ ਜਾਂਦੀ ਹੈ, ਜਦਕਿ ਇਹ ਲੋਕ ਇਸ ਤੋਂ ਇਲਾਵਾ ਭਾਰਤ ਦੇ ਹੋਰ ਪ੍ਰਾਂਤਾਂ 'ਚ ਵੀ ਬਿਖਰ ਕੇ ਵਸੇ ਹੋਏ ਹਨ। ਪੰਥ ਦੀ ਚਲਦੀ ਫਿਰਦੀ ਯੂਨੀਵਰਸਿਟੀ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਵੀ ਆਪਣੀ ਲਿਖਤ ਜੀਵਨ 10 ਪਾਤਸ਼ਾਹੀਆਂ 'ਚ ਇਹਨਾਂ ਸਤਨਾਮੀਆਂ ਦਾ ਜ਼ਿਕਰ ਇੱਕ ਹਥਿਆਰਬੰਦ ਕਬੀਲੇ ਦੇ ਤੌਰ ਤੇ ਕੀਤਾ ਹੈ, ਜਦਕਿ ਬਾਅਦ ਵਿੱਚ ਇਹਨਾਂ ਚੋਂ ਗੁਰੂ ਦਰ ਤੋਂ ਤੋੜਨ ਲਈ ਪੰਥ ਵਿਰੋਧੀ ਤੇ ਖਾਸ ਕਰ ਵਿਪਰ ਸ਼੍ਰੇਣੀ ਨੇ ਬਥੇਰੇ ਹੀਲੇ ਵਰਤੇ, ਪਰ ਇਹ ਲੋਕ ਫਿਰ ਵੀ ਡਿੱਗ ਰਹੇ। ਅੰਤ ਅੰਗਰੇਜ਼ੀ ਸ਼ਾਸਨ ਕਾਲ ਸਮੇਂ ਇਹਨਾਂ ਦੀਆਂ ਮਜਬੂਰੀਆਂ ਦਾ ਲਾਭ ਲੈ ਕੇ ਈਸਾਈ ਮਿਸ਼ਨਰੀਆਂ ਰਾਹੀਂ ਇਹਨਾਂ ਚੋਂ ਕੁਝ ਨੂੰ ਈਸਾਈ ਮਤ 'ਚ ਤਬਦੀਲ हो गए। एक सूचना अनुसार भूतपूर्व मुख्यमंत्री मध्य प्रदेश के अजीत जोगी भी ईसाई मत नूं ग्रहण करने वाले उन्हां सतनामियां चों ही एक सन। इस तरह भुले विसरे अनगोले नानक पंथियां दे वड्डी गिनती च संसार भर च फैले हुए सिख कबीलियां चों शिगलीगर, बंजारे ते सतनामी है ये केवल 3 कबीलियां ते ही एक अति संखेप जी जात है। इस तो ਵੱਧ ਹੋਰ ਕੁਝ ਨਹੀਂ, ਜਦਕਿ ਇਹਨਾਂ ਤੋਂ ਇਲਾਵਾ ਭਾਰਤ ਦੇ ਭਿੰਨ-ਭਿੰਨ ਪ੍ਰਾਂਤਾਂ 'ਚ ਭੀਲ, ਜੋਹਰੀ, ਲੁਬਾਣੇ, ਰੰਗਰੇਟੇ ਜਾਂ ਭਾਰਤ ਤੋਂ ਬਾਹਰ ਵੀ ਕਬਾਇਲੀ, ਇਰਾਕੀ ਆਦਿ ਹੋਰ ਬਹੁਤ ਕਬੀਲੇ ਹਨ ਜਿਹੜੇ ਅੱਜ ਵੀ ਕਿਸੇ ਨਾ ਕਿਸੇ ਰੂਪ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਨੂੰ ਪੂਰੀ ਤਰ੍ਹਾਂ ਜਿਹੜੇ ਹਨ ਉਹ ਸੰਭਾਲੇ ਹੋਏ ਹਨ। ਕੁਝ ਸਿੱਧੇ ਤੌਰ ਤੇ ਸੰਭਾਲੀ ਬੈਠੇ ਹਨ ਤੇ ਬਾਕੀ ਵਿਰਾਸਤ ਵਿੱਚ। ਤੇ ਆਓ ਕੁਝ ਇਨਫੋਰਮੇਸ਼ਨ
ਅਸੀਂ ਇਹਨਾਂ ਦੀ ਲਈਏ ਕਿ ਇਹ मतलब किस तरीके नाल इन्हां दी जिहड़ी पॉपुलेशन है ਉਹਦੇ बारे जिक्र करिए कि किन्ने कु जिहड़े हन इन्हां दे नाल जिहड़ी पॉपुलेशन जिहड़ी है अलग अलग जगह दे उपर पॉपुलेशन है मैं आप जी नाल साझी कर रहा। आज एक सेकंड अब शिकली घरां दे बारे असी गल करिए हुण वो स्टैटिस्टिक्स मैं आप जी दे नाल बात शेयर करांगा। शिकली घर दी गड्डी लोहार वांग एक मेहनती सुलझी हुई पक्षी वास जाति है जो कानिया दियां तीला दियां पक्षी विच रहिंदी है। पक्षी दा भाव चौंपड़ी दे विच इन्हां दा संबंध बाजीगरां अते लुबानियां नाल वधेरे लगदा है। पक्षी वासां दे दसन अनुसार इन्हां दे वडेरे 4 भाई सन। 2 दी औलाद बाजीगर अते बाकी दे विचों एक दी लुबाने ते दूजे दी शिकलीगर होई। शिकलीगरां दा यह भी कथन है कि जब 6वें गुरु हरगोबिंद साहब के समय सिखां नूं हथियार की लोड़ पई तां उन्हां हथियार लाहौर के मौला बख्श लोहार तो खरीदे पर सिखां नूं पसंद ना आए। गुरु पासे आग्या पा के सिख पक्षीवास हथियार बनाउण वालियां ने गुरु जी पास ले आए तो गुरु साहब ने उन्होंने हथियार बनाउण ते लाया। एक होर रवायत अनुसार जब गुरु गोबिंद सिंह जी ने इन्हां नूं शरदा नाल तलवारां सिकल करदियां वेख्या तां इन्हां दा नाम शिकलीगर कबीला कर दिता। तो इत्थे ये भी दसन योग है कि 6वें पातशाह ने जिहड़े मौला बख्श तो जिहड़े लोहार तो हथियार खरीदते सन 2200 अपने सवारां वास्ते फौज वास्ते तां उन्हां नूं जिहड़ी सरकार सी मुगलों की उन्होंने मना करता कि तुसीं सिखां नूं हथियार नहीं देने। तो इन्होंने अपने सिख जिहड़े हन वो राजस्थान में भेजे कि जिथों दे ये लोग जिहड़े उत्थे जाके उन्हां कोलों लोहारां कोलों जा करके हथियारां दी उन्होंने बनाने की गल की ते उन्हां नूं श्री अमृतसर साहब नाल लैके आ गए गुरु हरगोबिंद पातशाह के पास। ते पंजाब दा अमृतसर दा माहौल उन्होंने इन्ना चंगा लगा कि उन्होंने इत्थे ही वसन का जड़ा वो अपना मन जड़ा बना लिया ते इत्थे अपना परिवार भी लै करके आ गए। तो इस तरह ये शिकलीगढ़ जड़े हैं वो जड़े हथियार बनाते सन हथियारां नूं चमकाउंदे सन वो इत्थे आ करके बस गए। शिकलीगढ़ कबीले दे की काम हैं ये मुद्दत तो लोहे दे काम करते चले आ रहे हैं। तलवारां खंडे बरछे नेजे तीरां दी नोकां आदि बनाते रहे हैं। जब औरंगजेब सरकार ने हथियार बनाने ते पाबंदी ला दी तो इन्हां ने गाड़ी लोहारां वांग बाल्टियां दी मरम्मत ते लोहे दीयां टोकरियां बनाउणियां शुरू कर दित्तियां। ये रंबे दफ्तरां ते खेतीबाड़ी नाल संबंधित संद बनाउंदे सन। शिकलीगढ़ जिहड़े कबीला है उन्हां दा पहरावा किस तरह दा सी? शिकलीगढ़ कबीले दे मर्द धोती चोला अते वलदार पग बनदे सी। तिवियां अगरी घगरी चोली अते सलवार कमीज पाउंदियां सन। ये टपरीवास शिकलीगढ़ समूह के पहरावे उपर मुल्तानी सभ्याचार का प्रभाव भी है। सिख समुदाय लई हथियार बनाने वाले शिकलीगढ़ हुण भी कछहरा चूड़ीदार पजामा अते चोला पाउंदे हन। तो दिल्ली दे विच भी जिहड़े शिकलीगढ़ हन इन्हां नूं मंगोलपुरी और सुल्तानपुरी के इलाके के अंदर देखा जाता है कि उतों ये अज भी जिहड़े हन वो दिल्ली के अलग अलग हिस्सों के विच ये जिहड़े अपने हथियार जिहड़े हन वो उन्होंने डिस्पले करते हैं और उन्होंने वेचण का भी काम जिहड़ा करते हैं। तो आओ शिकलीगढ़ां दी कुछ कबीले दीयां रस्मां दे बारे गल करिए। शिकलीगढ़ कबीले विच बच्चे का जन्म कबीले की दाई द्वारा घर विच ही हुंदा है। लड़की नूं ये लोग देवी का रूप समझते हैं। लड़का पैदा होने की सूरत विच उसनूं कुल का चिराग समझ के उचेची खुशी मनाई जाती है। नवजात बच्चे नूं घर दे किसी सियाणे वल्लों
ਗੁੜਤੀ ਦਿੱਤੀ ਜਾਂਦੀ ਹੈ। ਭੂਤਾਂ ਪ੍ਰੇਤਾਂ ਤੋਂ ਰੱਖਿਆ ਲਈ ਸਿਗਲੀਗਰ ਲੋਕ ਬੱਚੇ ਦੇ ਗਲ ਵਿੱਚ ਰੱਤ ਚੰਨਣ ਦੀ ਲੱਕੜ ਬੰਨ੍ਹ ਦਿੰਦੇ ਹਨ। ਬੱਚੇ ਦੇ ਜਨਮ ਤੇ ਤੀਜੇ ਦਿਨ ਘੜੋਲੀ ਦੀ ਰਸਮ ਕਰਕੇ ਜਨੇਪੇ ਵਾਲੀ ਔਰਤ ਨੂੰ ਕਬੀਲੇ ਦੀਆਂ ਔਰਤਾਂ ਦੁਆਰਾ ਚੌਂਕੇ ਚੜਾਇਆ ਜਾਂਦਾ ਹੈ। ਇਹ ਪਿੰਡਾਂ ਦੀ ਆਮ ਰਸਮ ਹੈ। ਘੜੋਲੀ ਦੀ ਰਸਮ ਖਵਾਜਾ ਦੇਵਤਾ ਭਾਵ ਪਾਣੀ ਦੀ ਹਾਜ਼ਰੀ ਵਿੱਚ ਪੂਰੀ ਕੀਤੀ ਜਾਂਦੀ ਹੈ। ਇਸ ਦਾ ਕੋਈ ਸਿੱਖ ਧਰਮ ਨਾਲ ਕੋਈ ਜਿਹੜਾ ਹੈ ਉਹ ਸੰਬੰਧ ਨਹੀਂ ਹੈ, ਲੇਕਿਨ ਕਿਉਂਕਿ ਉਹ ਸਿੱਖੀ ਤੋਂ ਕੁਝ ਟੁੱਟ ਵੀ ਗਏ, ਇਸ ਕਰਕੇ ਇਹੋ ਜਿਹੀਆਂ ਰਸਮਾਂ ਜਿਹੜੀਆਂ ਲੋਕਲ ਹੋਣ ਕਰਕੇ ਉਹ ਕਰਦੇ ਰਹੇ। ਉਹ ਪੂਰੀ ਇਸ ਜਨੇਪੇ ਵਾਲੀ ਔਰਤ ਨੂੰ ਨੁਹਾਤ ਧਵਾ ਕੇ ਪਾਣੀ ਦੀਆਂ ਗੜਵੀਆਂ ਦਿੰਦੇ ਹਨ। ਸਿਰ ਤੇ ਰੱਖ ਕੇ ਚੱਕੇ ਚੌਂਕੇ ਚੜਾਇਆ ਜਾਂਦਾ। ਸੁੱਧੀ ਦਾ ਪ੍ਰਤੀਕ ਹੋਣ ਕਰਕੇ ਕਬੀਲੇ ਦੇ ਲੋਕ ਜਲ ਨੂੰ ਖਾਸ ਤਰਜੀਹ ਦਿੰਦੇ ਹਨ। ਗੌਰਜਾਂ ਦੀ ਪੂਜਾ ਇਹ ਰਸਮ ਵੀ ਚੌਂਕੇ ਚੜਾਉਣ ਵਾਲੀ ਰਸਮ ਦਾ ਹੀ ਇੱਕ ਹਿੱਸਾ ਹੈ। ਇਸ ਰਸਮ ਵਿੱਚ ਬੱਚੇ ਦੇ ਜਨਮ ਦੀ ਥਾਂ ਨੂੰ ਸਜਾ ਸਵਾਰ ਕੇ ਉੱਤੇ ਨਿੰਮ ਦੇ ਪੱਤੇ ਰੱਖੇ ਜਾਂਦੇ ਹਨ। ਇਸ ਤਰ੍ਹਾਂ ਰਸਮ ਵਿੱਚ ਪਰਿਵਾਰ ਦੀ ਮੁਖੀ ਔਰਤ ਵੱਲੋਂ ਗੋਹੇ ਦਾ ਆਦਮੀ ਅਤੇ ਔਰਤ ਭਾਵ ਜੋੜਾ ਬਣਾ ਕੇ ਉਹਨਾਂ ਨੂੰ ਖਵਾਜੇ ਦੀ ਹਾਜ਼ਰੀ ਵਿੱਚ ਮੱਥਾ ਟੇਕਿਆ ਜਾਂਦਾ ਹੈ। ਕਬੀਲੇ ਵਿੱਚ ਗੋਹੇ ਦੇ ਬਣਾਏ ਇਸ ਪ੍ਰਤੀਕਮਈ ਜੋੜੇ ਨੂੰ ਗੌਰਜਾਂ ਦਾ ਨਾਂ ਦਿੱਤਾ ਜਾਂਦਾ ਹੈ। ਇਸ ਰਸਮ ਤੋਂ ਬਾਅਦ ਨਵਜਾਤ ਬੱਚੇ ਨੂੰ ਜਿਹੜੇ ਹਨ ਕੱਪੜੇ ਜਿਹੜੇ ਹਨ ਉਹ ਪਵਾਏ ਜਾਂਦੇ ਹਨ। ਵਿਆਹ ਦੀ ਰਸਮਾਂ ਇਹਨਾਂ 'ਚ ਸਿੱਖ ਸਿਗਲੀਗਰਾਂ ਤੋਂ ਛੁੱਟ ਬਾਕੀ ਕਬੀਲੇ ਵਿੱਚ ਪਰੰਪਰਾਗਤ ਰਸਮਾਂ ਜਾਰੀ ਰਹੀਆਂ। ਵਿਆਹ ਸਮੇਂ 7 ਲਾਵਾਂ ਵਿੱਚੋਂ ਪਹਿਲੀ 4 ਲਾਵਾਂ ਵਿੱਚ ਲਾੜਾ ਅੱਗੇ ਹੋ ਕੇ ਲੈਂਦਾ ਹੈ ਤੇ ਪਿਛਲੀਆਂ 3 ਲਾਵਾਂ ਲਾੜੀ ਅੱਗੇ ਹੋ ਕੇ ਲੈਂਦੀ। ਗਾਨਾ ਖੋਲਣ ਤੇ ਗੇਤ ਕਨਾਲੇ ਤੋਂ ਪਿੱਛੋਂ ਛੱਟੀਆਂ ਖੇਡਣ ਦੀ ਰਸਮ, ਖੂਹ ਤੇ ਲਿਜਾਣ ਦੀ ਰੀਤ ਅਤੇ ਘੜੋਲੀ ਦੀ ਰਸਮ ਵੀ ਕੀਤੀ ਜਾਂਦੀ ਹੈ। ਸਿਗਲੀਗਰ ਕਬੀਲੇ ਵਿੱਚ ਵਿਆਹ ਦੇ ਦੂਜੇ ਦਿਨ ਗੋਦ ਭਰਾਈ ਦੀ ਰਸਮ ਪੂਰੀ ਕੀਤੀ ਜਾਂਦੀ ਹੈ। ਇਹ ਕੁਝ ਰਸਮਾਂ ਹਨ ਜਿਹੜੀਆਂ ਮੈਂ ਅੱਗੇ ਬੇਨਤੀ ਕੀਤੀ ਹੈ ਕਿ ਇਹ ਸਿੱਖੀ ਤੋਂ ਦੂਰ ਹੋਣ ਕਰਕੇ ਇਹ ਜਿਹੜੇ ਇਲਾਕੇ ਦੇ ਵਿੱਚ ਰਹਿੰਦੇ ਉਹਦਾ ਪ੍ਰਭਾਵ ਕਬੂਲ ਕੇ ਇਹ ਆਪਣੀਆਂ ਜਿਹੜੀਆਂ ਰਸਮਾਂ ਜਿਹੜੇ ਹਨ ਕਰਦੇ ਸਨ। ਜੇ ਕੋਈ ਉਹਨਾਂ ਦੇ ਪਰਿਵਾਰ ਵਿੱਚੋਂ ਕੋਈ ਜਿਹੜਾ ਫੌਤ ਹੋ ਜਾਏ, ਉਹਦੀ ਮੌਤ ਹੋ ਜਾਏ, ਤਾਂ ਸਿਗਲੀਗਰ ਕਬੀਲੇ ਵਿੱਚ ਕੋਈ ਵੀ ਮੌਤ ਹੋਣ ਦੀ ਸੂਰਤ ਵਿੱਚ ਮ੍ਰਿਤਕ ਦੀ ਸੂਰਤ ਵਿੱਚ ਮੰਜੀ ਤੋਂ ਹੇਠਾਂ ਉਤਾਰ ਦਿੱਤਾ ਜਾਂਦਾ ਹੈ, ਜਦਕਿ ਗੁਰਮਤਿ ਅਨੁਸਾਰ ਕੋਈ ਉਤਾਰਨ ਦੀ ਲੋੜ ਨਹੀਂ ਹੈ। ਮ੍ਰਿਤਕ ਦੀ ਦੇਹ ਨੂੰ ਧਰਤੀ ਤੇ ਲਿਟਾ ਕੇ ਉੱਤੇ ਕੋਈ ਕੱਪੜਾ ਤਾਣ ਦਿੱਤਾ ਜਾਂਦਾ। ਮ੍ਰਿਤਕ ਦੀ ਦੇਹ ਦੇ ਨੇੜੇ ਨਿੰਮ ਦੇ ਪੱਤੇ ਅਤੇ ਅੰਨ ਆਦਿ ਰੱਖ ਕੇ ਧੂਪ ਦਿਖਾ ਦਿੱਤੀ ਜਾਂਦੀ ਹੈ। ਉਸਦੇ ਸਿਰਹਾਣੇ ਇੱਕ ਆਟੇ ਦਾ ਬਲਦਾ ਹੋਇਆ ਦੀਵਾ ਵੀ ਰੱਖਿਆ ਜਾਂਦਾ ਹੈ। ਇਸ ਉਪਰੰਤ ਕਬੀਲੇ ਦੇ ਲੋਕਾਂ ਵੱਲੋਂ ਮ੍ਰਿਤਕ ਦਾ ਸੂਰਜ ਦੀ ਹਾਜ਼ਰੀ ਵਿੱਚ ਸੰਸਕਾਰ ਕਰ ਦਿੱਤਾ ਜਾਂਦਾ ਹੈ। ਮ੍ਰਿਤਕ ਦਾ ਇਹ ਵੀ ਕਿਹਾ ਜਾਂਦਾ ਕਿ ਸੂਰਜ ਡੁੱਬਣ ਤੋਂ ਪਹਿਲਾਂ ਸੰਸਕਾਰ ਕਰ ਦਿੱਤਾ ਜਾਏ। ਅੱਜ ਵੀ ਇਹ ਧਾਰਨਾ ਜਿਹੜੀ ਹੈ ਆਮ ਤੌਰ ਲੋਕਾਂ ਦੇ ਵਿੱਚ ਹੈ ਕਿ ਸੰਸਕਾਰ ਜਿਹੜਾ ਸੂਰਜ ਡੁੱਬਣ ਤੋਂ ਪਹਿਲਾਂ ਕੀਤਾ ਜਾਏ। ਸੰਸਕਾਰ ਤੇ 3 ਦਿਨ ਬਾਅਦ ਮ੍ਰਿਤਕ ਦੇ ਜਿਹੜੀਆਂ ਹਨ ਉਹ ਜਿਹੜੀ ਬਾਕੀ ਅਵਸ਼ੇਸ਼ ਹਨ ਉਹਨਾਂ ਨੂੰ ਚੁਗਿਆ ਜਾਂਦਾ ਹੈ। ਸਿਗਲੀਗਰ ਲੋਕ ਮ੍ਰਿਤਕ ਦੇ ਸਿਵੇ ਤੇ ਦੁੱਧ ਦਾ ਛਿੱਟਾ ਮਾਰ ਕੇ ਫੁੱਲ ਚੁੱਕਦੇ ਹਨ। ਅਜਿਹੇ ਸਿਵੇ ਦੀ ਸੁੱਧੀ ਲਈ ਕੀਤਾ ਜਾਂਦਾ ਹੈ। ਅਰਦਾਸ ਕਰਨ ਉਪਰੰਤ ਮ੍ਰਿਤਕ ਦੇ ਫੁੱਲ ਚੁਗੇ ਜਾਂਦੇ ਹਨ। ਬਾਅਦ ਵਿੱਚ ਇਹ ਫੁੱਲ ਕਿਸੇ ਨਦੀ ਜਾਂ ਨਹਿਰ ਵਿੱਚ ਵਹਾ ਦਿੱਤੇ ਜਾਂਦੇ ਹਨ। ਇਹ ਸਿਗਲੀਗਰ ਲੋਕਾਂ ਵਿੱਚ ਹਰਿਦੁਆਰ ਜਾਂ ਕੀਰਤਪੁਰ ਜਾਣ ਦਾ ਪ੍ਰਚਲਨ ਨਹੀਂ ਹੈ। ਸਿਗਲੀਗਰ ਕਬੀਲੇ ਵਿੱਚ ਸੰਸਕਾਰ ਤੋਂ ਪਹਿਲਾਂ ਮ੍ਰਿਤਕ ਦੇ ਮੂੰਹ ਵਿੱਚ ਕੋਈ ਨੂਮ ਛੱਲਾ ਪਾਉਣ ਦਾ ਰਿਵਾਜ ਹੈ। ਇਹ ਪਤਾ ਨਹੀਂ ਹੈ ਕੀ ਚੀਜ਼ ਹੈ ਇਹ ਨੂਮ ਛੱਲਾ। ਇਹ ਵਿਸ਼ਵਾਸ ਹੈ ਕਿ ਮ੍ਰਿਤਕ ਇੱਕ ਵਾਰ ਫਿਰ ਜਨਮ ਲਏਗਾ, ਫਿਰ ਤੋਂ ਜੀਵਨ ਦੇ ਸਗਨ ਮਨਾਏਗਾ। ਇਸ ਸੰਬੰਧੀ ਜਿਹੜੇ ਹਨ ਜੀਵਨ ਦੀ ਗਤੀਸ਼ੀਲ ਨਾਲ ਹੈ। ਸਿਗਲੀਗਰ ਕਬੀਲੇ ਵਿੱਚ ਤੀਜੇ ਦਿਨ ਭੋਗ ਦੀ ਜਿਹੜੀ ਹੈ ਉਹ ਰਸਮ ਜਿਹੜੀ ਹੈ ਉਹ ਹੁੰਦੀ ਹੈ। ਆਓ ਅਸੀਂ ਹੁਣ ਦੇਖੀਏ ਕਿ ਇੱਕ ਹੋਰ ਵਿਚਾਰ ਆਪ ਜੀ ਦੇ ਨਾਲ ਸਾਂਝਾ ਕਰ ਰਿਹਾ ਸਿਗਲੀਗਰਾਂ ਦੇ ਬਾਰੇ। ਗੁਰੂ ਨਾਨਕ ਸਾਹਿਬ ਵੱਲੋਂ ਚਲਾਏ ਗਏ ਨਿਰਮਲ ਪੰਥ ਗੁਰੂ ਪੰਥ ਵਿੱਚ ਜਾਤ ਪਾਤ, ਰੰਗ, ਨਸਲ, ਲਿੰਗ, ਬੋਲੀ, ਇਲਾਕੇ, ਮਜ਼ਹਬ ਆਦਿ ਕਿਸੇ ਵੀ ਆਧਾਰ ਤੇ ਕਿਸੇ ਨਾਲ ਕੋਈ ਵੀ ਭੇਦਭਾਵ ਜਾਂ ਵਿਤਕਰਾ ਨਹੀਂ ਕੀਤਾ ਜਾਂਦਾ। ਇਹੀ ਕਾਰਨ ਹੈ
ਕਿ ਮਨੁੱਖੀ ਸਮਾਜ ਦੇ ਵਰਗ ਦਾ ਪੰਥ ਨਾਲ ਗਹਿਰਾ ਸੰਬੰਧ ਰਿਹਾ ਹੈ। ਕਿਸਾਨ, ਮਜ਼ਦੂਰ, ਵਪਾਰੀ, ਦੁਕਾਨਦਾਰ, ਦਸਤਕਾਰ, ਮੁਲਾਜ਼ਮ, ਅਮੀਰ, ਗਰੀਬ ਸਭ ਵਰਗ ਸ਼ੁਰੂ ਤੋਂ ਹੀ ਗੁਰੂ ਪੰਥ ਨਾਲ ਜੁੜੇ ਆ ਰਹੇ ਹਨ। ਇਹ ਇੱਕ ਇਤਿਹਾਸਕ ਸੱਚਾਈ ਹੈ ਕਿ ਦੱਖਣ ਏਸ਼ੀਆ ਦੇ ਵਿਸ਼ਾਲ ਖਿੱਤੇ, ਵਿਸ਼ੇਸ਼ ਕਰਕੇ ਅਜੋਕੇ ਭਾਰਤ ਦੇ ਦੂਰ ਦਰਾਜ ਖੇਤਰਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਵਿਆਪਕ ਪ੍ਰਭਾਵ ਰਿਹਾ ਹੈ। ਇਸ ਖੇਤਰ ਵਿੱਚ ਥੋੜੀ ਬਹੁਤ ਦਿਲਚਸਪੀ ਰੱਖਣ ਵਾਲੇ ਖੋਜੀਆਂ ਨੂੰ ਹੈਰਾਨੀਜਨਕ ਜਿਹੜੇ ਹਨ ਉਹ ਤੱਥ ਜਿਹੜੇ ਹਨ ਉਹ ਮਿਲੇ ਹਨ। ਭਾਰਤ ਦੇ ਵੱਖ-ਵੱਖ ਰਾਜਾਂ ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਛੱਤੀਸਗੜ੍ਹ ਆਦਿ ਵਿੱਚ ਕਈ ਐਸੇ ਕਬੀਲਿਆਂ ਬਾਰੇ ਪਤਾ ਲੱਗਾ ਹੈ ਕਿ ਜਿਹੜੇ ਅੱਜ ਤੱਕ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਜਿਹੜੇ ਉਹ ਮੰਨਦੇ ਹਨ, ਸਾਂਭੀ ਬੈਠੇ ਹਨ। ਇਹਨਾਂ ਵਿੱਚੋਂ ਸਿਗਲੀਗਰ, ਵਣਜਾਰੇ, ਲੁਬਾਣੇ, ਸਤਨਾਮੀਏ, ਭੀਲ ਆਦਿ ਬਹੁਤ ਸਾਰੇ ਕਬੀਲੇ ਵਰਗ ਅੱਜ ਮੁੱਖ ਧਾਰਾ ਤੋਂ ਅਲੱਗ-ਥਲੱਗ ਹੋ ਚੁੱਕੇ ਹਨ। ਇਹਨਾਂ ਬਾਰੇ ਵਿਆਪਕ ਪੱਧਰ ਤੇ ਸੰਜੀਦਾ ਖੋਜ ਕਰਨ ਅਤੇ ਸਰਵੇਖਣ ਹੋਣੇ ਲੋੜੀਂਦੇ ਹਨ ਤਾਂ ਜੋ ਇਹਨਾਂ ਕਬੀਲਿਆਂ ਬਾਰੇ ਬਹੁਮੁੱਲੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਇਸ ਵਿਚਾਰ ਵਿੱਚ ਕੇਵਲ ਸਿਕਲੀਗਰ ਕਬੀਲੇ ਦੇ ਗੁਰੂ ਪੰਥ ਨਾਲ ਸੰਬੰਧਾਂ ਦਾ ਵਰਣਨ ਜਿਹੜਾ ਹੈ ਉਹ ਅੱਗੇ ਜਾ ਕੇ ਅਸੀਂ ਕਰ ਰਹੇ ਹਾਂ। ਇਸ ਦੇ ਅਰਥ ਅਸੀਂ ਪਹਿਲੇ ਕਰ ਚੁੱਕੇ ਹਾਂ ਕਿ ਸਿਕਲੀਗਰ ਸ਼ਬਦ ਫਾਰਸੀ ਦੇ ਭਾਸ਼ਾ ਦੇ ਸਕਲਗਰ ਦਾ ਪੰਜਾਬੀ ਰੂਪਾਂਤਰ ਹੈ, ਜਿਸ ਦਾ ਅਰਥ ਹੈ ਸਿਕਲ ਕਰਨ ਵਾਲਾ, ਜੰਗ ਜੰਗਾਲ ਉਤਾਰਨ ਵਾਲਾ। ਅਰਬੀ ਫਾਰਸੀ ਵਿੱਚ ਸਕਲ, ਸਿਕਲ ਦਾ ਅਰਥ ਹੈ ਸਾਫ਼ ਕਰਨ ਦੀ ਕਿਰਿਆ, ਜੰਗ ਉਤਾਰ ਕੇ ਸ਼ਸਤਰ ਆਦਿ ਨੂੰ ਚਮਕਾਉਣਾ। ਕਬੀਲਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹੈ ਪਰਿਵਾਰ, ਟੱਬਰ, ਕੁਟੁੰਬ, ਕੁਨਬਾ, ਕੁਲ, ਖਾਨਦਾਨ, ਨਸਲ, ਆਲ ਔਲਾਦ, ਘਰਾਨਾ ਆਦਿ। ਭਾਵੇਂ ਸਧਾਰਨ ਅੱਖਰਾਂ ਵਿੱਚ ਇੱਕੋ ਖਾਨਦਾਨ, ਵੰਸ਼ ਜਾਂ ਕੁਲ ਨਾਲ ਸੰਬੰਧਿਤ ਲੋਕ ਕਬੀਲਾ ਅਖਵਾਉਂਦੇ ਹਨ, ਪਰ ਇਸ ਦੇ ਅਰਥ ਜਿਹੜੇ ਹਨ ਉਹ ਪਿਤਾ ਪੁਰਖੀ ਰਵਾਇਤਾਂ ਨੂੰ ਕਾਇਮ ਰੱਖਦਿਆਂ ਹੋਇਆ ਇੱਕ ਵਿਸ਼ੇਸ਼ ਕਬਾਇਲੇ ਜਾਬਤੇ ਵਿੱਚ ਬੱਝੇ ਰਹਿਣਾ ਹੈ। ਇੱਕ ਕਬਾਇਲੇ ਨਾਲ ਸੰਬੰਧਿਤ ਲੋਕ ਖਾਨਦਾਨੀ ਵੈਸ਼ਿਕ ਸੁੱਤਾ ਅਤੇ ਪਛਾਣ ਲਈ ਖਾਣ ਪੀਣ, ਰਹਿਣ ਸਹਿਣ, ਵਿਸ਼ੇਸ਼ ਕਰਕੇ ਵਿਆਹ ਆਦਿ ਮਾਮਲੇ ਵਿੱਚ ਕਬੀਲੇ ਵੱਲੋਂ ਨਿਰਧਾਰਿਤ ਬੰਦਸ਼ਾਂ ਨੂੰ ਕੱਟੜਤਾ ਨਾਲ ਨਿਭਾਉਂਦੇ ਹਨ। ਵਕਤ ਦੀ ਤੌਰ ਤੇ ਭਾਵੇਂ ਇਹਨਾਂ ਬੰਦਸ਼ਾਂ ਜਾਂ ਮਨਾਹੀਆਂ ਦੀ ਕੱਟੜਤਾ ਹੌਲੀ ਹੌਲੀ ਘਟ ਰਹੀ ਹੈ, ਪਰ ਕਈ ਕਬੀਲਿਆਂ ਵਿੱਚ ਅੱਜ ਵੀ ਇਹਨਾਂ ਬੰਦਸ਼ਾਂ ਦੀ ਉਲੰਘਣਾ ਕਰਨ ਵਾਲੇ ਨਾਲ ਸਖਤੀ ਨਾਲ ਨਿਪਟਿਆ ਜਾਂਦਾ ਹੈ। ਇੱਥੋਂ ਤੱਕ ਕਈ ਵਾਰ ਕਬੀਲੇ ਵਿੱਚੋਂ ਛੇਕ ਦਿੱਤਾ ਜਾਂਦਾ ਹੈ, ਜਿਸ ਕਰਕੇ ਨਵੇਂ ਕਬੀਲੇ ਉਪ ਕਬੀਲੇ ਹੋਂਦ ਵਿੱਚ ਆਉਂਦੇ ਹਨ। ਕੋਸ਼ਗਤ ਅਰਥਾਂ ਦੀ ਰੋਸ਼ਨੀ ਵਿੱਚ ਸਿਕਲੀਗਰ ਕਬੀਲੇ ਤੋਂ ਭਾਵ ਉਸ ਖਾਨਦਾਨ, ਕੁਲ ਜਾਂ ਲੋਕਾਂ ਤੋਂ ਹੈ ਜਿਹੜੇ ਹਥਿਆਰਾਂ, ਧਾਤਾਂ ਦੀ ਵਸਤਾਂ ਆਦਿ ਦਾ ਜੰਗਾਲ ਉਤਾਰ ਕੇ ਉਹਨਾਂ ਨੂੰ ਲਿਸ਼ਕਾਉਣਾ, ਚਮਕਾਉਣ ਦਾ ਕਿੱਤਾ ਕਰਦੇ ਹਨ। ਪਰ ਕਬੀਲੇ ਦੇ ਅਧਿਐਨ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਲੋਕ ਹਥਿਆਰ ਚਮਕਾਉਂਦੇ ਹੀ ਨਹੀਂ ਬਲਕਿ ਬਣਾਉਂਦੇ ਵੀ ਰਹੇ ਹਨ। ਡਾਕਟਰ ਰਤਨ ਸਿੰਘ ਜੀ ਜੱਗੀ ਅਨੁਸਾਰ ਮੱਧ ਯੁੱਗ ਵਿੱਚ ਤਲਵਾਰਾਂ, ਬਰਛਿਆਂ, ਤੀਰਾਂ, ਢਾਲਾਂ ਆਦਿ ਤੋਂ ਜੰਗ ਉਤਾਰ ਕੇ ਉਹਨਾਂ ਨੂੰ ਲਿਸ਼ਕਾਉਣ ਦਾ ਇੱਕ ਵਿਸ਼ੇਸ਼ ਕਿੱਤਾ ਵਿਕਸਿਤ ਹੋ ਗਿਆ ਸੀ ਅਤੇ ਇਸ ਕਿੱਤੇ ਦੇ ਕਰਮੀਆਂ ਨੂੰ ਸਿਕਲੀਗਰ ਕਿਹਾ ਜਾਣ ਲੱਗਾ। ਸਿੱਖ ਸਾਹਿਤ ਵਿੱਚ ਇਹਨਾਂ ਦੀ ਪਛਾਣ ਮਾਰਵਾੜੀ, ਲਾਹੌਰ ਕਰਕੇ ਵੀ ਦਰਜ ਹੈ। ਅੱਜ ਪੰਜਾਬੀ ਲੋਕ ਮਾਨਸਿਕਤਾ ਵਿੱਚ ਸਿਕਲੀਗਰ ਕਬੀਲੇ ਦੀ ਜੇਕਰ ਕੋਈ ਪਛਾਣ ਹੈ ਤਾਂ ਉਹ ਬੱਟਲ, ਬਾਲਟੀਆਂ ਤੇ ਥੱਲੇ ਲਾਉਣ ਵਾਲੇ ਚਿਮਟੇ, ਖੁਰਚਣੇ, ਚਾਕੂ, ਛੁਰੀਆਂ, ਜਿੰਦੇ, ਕੁੰਜੀਆਂ, ਛਾਨਣੀਆਂ ਆਦਿ ਬਣਾਉਣ ਅਤੇ ਵੇਚਣ ਵਾਲਿਆਂ ਦੇ ਰੂਪ ਵਿੱਚ ਹੈ। ਆਮ ਲੋਕਾਂ ਨੂੰ ਨਾ ਤਾਂ ਇਹ ਜਾਣਕਾਰੀ ਨਹੀਂ ਕਿ ਤਖਤ ਸਾਹਿਬ ਅਤੇ ਹੋਰ ਗੁਰੂ ਅਸਥਾਨਾਂ ਉੱਪਰ ਗੁਰੂ ਸਾਹਿਬ ਅਤੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਦੀ ਛੋਹ ਪ੍ਰਾਪਤ ਜਿਹੜੇ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ ਉਹ ਸਿਕਲੀਗਰ ਤੇ ਹੀ ਕਾਰੀਗਰਾਂ ਹੱਥਾਂ ਦੁਆਰਾ ਘੜੇ ਹੋਏ
ਤੇ ਚਮਕਾਏ ਹੋਏ ਹੁੰਦੇ ਹਨ। ਆਓ ਥੋੜਾ ਜਿਹਾ ਇਤਿਹਾਸਕ ਪਿਛੋਕੜ ਦੇਖੀਏ। ਸ਼ਿਗਲੀਗਰ ਕਬੀਲੇ ਦੇ ਇਤਿਹਾਸਕ ਪਿਛੋਕੜ ਬਾਰੇ ਕੋਈ ਬਹੁਤੀ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ। ਕਿਰਪਾਲ ਕਜ਼ਾਕ ਅਨੁਸਾਰ ਸਦੀਆਂ ਪੁਰਾਣਾ ਇਹਨਾਂ ਦਾ ਪਿਛੋਕੜ ਅਣਲਿਖੇ ਇਤਿਹਾਸ ਦੀ ਧੁੰਦ ਵਿੱਚ ਹੀ ਗਵਾਚ ਗਿਆ। ਬਿਨਾਂ ਕੋਈ ਦਲੀਲ ਦਿੱਤੇ ਕਿ ਟੱਪਰੀਵਾਸ ਕਬੀਲੇ ਆਪਣਾ ਪਿਛੋਕੜ ਰਾਜਪੂਤਾਨਾ ਬੁੱਢੀਆਂ ਨਾਲ ਜੋੜਦੇ ਹਨ। ਆਪਣੀ ਖਾਨਾ ਬਦੋਸ਼ੀ ਦਾ ਮੁੱਢਲਾ ਕਾਰਨ ਉਹ ਸੰਨ 1308 ਈਸਵੀ ਵਿੱਚ ਅਲਾਉਦੀਨ ਖਿਲਜੀ ਤੋਂ ਲੈ ਕੇ ਅਕਬਰ ਤੱਕ ਦਾ ਸਮਾਂ ਮੁਗਲਾਂ ਵੱਲੋਂ ਚਿਤੌੜ ਤੇ ਵਾਰ-ਵਾਰ ਹਮਲਾ ਕਰਨਾ ਅਤੇ ਮੁਗਲਾਂ ਦੀ ਜਿੱਤ ਸਮਝਦੇ ਹਨ। ਬਹੁਤੇ ਟੱਪਰੀਵਾਸ ਕਿਸੇ ਧਾਰਨਾ ਦੇ ਕਾਬਿਲ ਹਨ। ਇਹਨਾਂ ਕਿਆਸੀਆਂ ਧਾਰਨਾਵਾਂ ਬਾਰੇ ਕੁਝ ਇਤਿਹਾਸਕ ਵੇਰਵੇ ਵੀ ਮਿਲਦੇ ਹਨ ਅਤੇ ਕਬੀਲਿਆਂ 'ਚ ਪੀੜ੍ਹੀ ਦਰ ਪੀੜ੍ਹੀ ਪ੍ਰਚਲਿਤ ਦੰਤ ਕਥਾਵਾਂ ਵੀ। ਪਰ ਕਬੀਲੇ ਦੇ ਮੁੱਢਲੇ ਉਦਗਮ ਬਾਰੇ ਕਬੀਲੇ ਦੇ ਲੋਕ ਕੋਈ ਠੋਸ ਦਲੀਲਾਂ ਦੇਣ ਤੋਂ ਅਸਮਰਥ ਹਨ। ਡਾਕਟਰ ਬੰਜਾਰਾ ਬੇਦੀ ਬੜੇ ਅੱਛੇ ਲੇਖਕ ਇਤਿਹਾਸਕਾਰ ਹੋਏ ਹਨ। ਅਨੁਸਾਰ ਸ਼ਿਕਲੀਗਰ ਆਪਣਾ ਮੁੱਢ ਰਾਜਪੂਤਾਂ ਨਾਲ ਜੋੜਦੇ ਹਨ। ਡਾਕਟਰ ਬੰਜਾਰਾ ਬੇਦੀ ਜੀ ਅਨੁਸਾਰ ਰਵਾਇਤਾਂ ਅਨੁਸਾਰ ਉਹਨਾਂ ਦੇ ਵਡਕੇ ਮਾਰਵਾੜ ਤੋਂ ਆ ਕੇ ਪੰਜਾਬ ਅਤੇ ਹਰਿਆਣਾ ਵਿੱਚ ਵਸੇ। ਸ਼ੇਰ ਸਿੰਘ ਸ਼ੇਰ ਨੇ ਸ਼ਿਕਲੀਗਰਾਂ ਦੀ ਵੰਸ਼ਾਵਲੀ ਬਾਰੇ ਦੋ ਮਿੱਥਾਂ ਪੇਸ਼ ਕੀਤੀਆਂ। ਪਹਿਲੀ ਅਨੁਸਾਰ ਸ਼ਿਕਲੀਗਰਾਂ ਦਾ ਸੰਬੰਧ ਵਣਜਾਰਿਆਂ, ਲੋਬਾਣਿਆਂ ਦੇ ਨਾਲ ਜੋਗੀਆਂ ਨਾਥਾਂ ਨਾਲ ਜੁੜਦਾ ਹੈ, ਜਦਕਿ ਦੂਜੀ ਮਿੱਥ ਰਾਹੀਂ ਸ਼ਿਕਲੀਗਰਾਂ ਦਾ ਸੰਬੰਧ ਰਾਮਾਇਣ ਦੇ ਪਾਤਰ ਸੁਗਰੀਵ ਦੇ ਨਾਲ ਸ੍ਰੀ ਕ੍ਰਿਸ਼ਨ ਰਾਧਾ ਨਾਲ ਜੋੜ ਕੇ ਵੀ ਪੇਸ਼ ਕੀਤਾ ਜਾਂਦਾ। ਪਰ ਇਹਨਾਂ ਸਿੱਖਾਂ ਨੂੰ ਮਿਥਿਹਾਸਕ ਤੱਥ ਮੰਨ ਲੈਣਾ ਠੀਕ ਨਹੀਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਤੱਕ ਸਾਹਮਣੇ ਆਏ ਤੱਥਾਂ ਅਨੁਸਾਰ ਸ਼ਿਕਲੀਗਰ ਵਣਜਾਰਿਆਂ, ਲੋਬਾਣਿਆਂ ਦਾ ਪਿਛੋਕੜ ਰਾਜਪੂਤਾਂ ਨਾਲ ਸੰਬੰਧ ਹੈ। ਡਾਕਟਰ ਬੰਜਾਰਾ ਬੇਦੀ ਨੇ ਖੋਜ ਦਰਪਣ ਜੁਲਾਈ 1977 ਦਾ ਹਵਾਲਾ ਦਿੰਦਿਆਂ ਇੱਕ ਹੋਰ ਧਾਰਨਾ ਦਾ ਉਲੇਖ ਕੀਤਾ ਹੈ ਕਿ ਟੱਪਰਵਾਸੀਆਂ ਦੀਆਂ ਆਪਣੀਆਂ ਰਵਾਇਤਾਂ ਅਨੁਸਾਰ ਲੋਬਾਣੇ, ਬਾਜੀਗਰ ਅਤੇ ਸ਼ਿਕਲੀਗਰ ਇੱਕੋ ਵਡਕੇ ਦੀ ਵੰਸ਼ ਹਨ। ਇਹਨਾਂ ਦੇ ਵਡੇਰੇ 4 ਭਰਾ ਸਨ। ਦੋਹਾਂ ਭਰਾਵਾਂ ਦੀ ਔਲਾਦ ਬਾਜੀਗਰ ਪ੍ਰਸਿੱਧ ਹੋਈ ਅਤੇ ਬਾਕੀ ਦੋਹਾਂ ਵਿੱਚੋਂ ਇੱਕ ਦੀ ਲੋਬਾਣੇ ਅਤੇ ਦੂਜੇ ਦੀ ਸ਼ਿਕਲੀਗਰ ਅਖਵਾਨ ਲੱਗੀ। ਇਸ ਤਰ੍ਹਾਂ ਪਤਾ ਲੱਗਦਾ ਹੈ ਕਿ ਸ਼ਿਕਲੀਗਰਾਂ ਦੀ ਵੰਸ਼ ਉਤਪਤੀ ਅਤੇ ਇਤਿਹਾਸਕ ਪਿਛੋਕੜ ਬਾਰੇ ਵੱਖ-ਵੱਖ ਧਾਰਨਾਵਾਂ ਪਾਈਆਂ ਜਾਂਦੀਆਂ ਹਨ। ਆਓ ਗੁਰੂ ਪੰਥ ਨਾਲ ਸੰਬੰਧਿਤ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਇਹਨਾਂ ਦਾ ਕੀ ਜੁੜਦਾ ਹੈ। ਗੁਰੂ ਪੰਥ ਨਾਲ ਸ਼ਿਕਲੀਗਰਾਂ ਦਾ ਸੰਬੰਧ 17ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਜੁੜਦਾ ਹੈ। ਇਹ ਉਹ ਸਮਾਂ ਹੈ ਜਦ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਉਪਰੰਤ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਸਮੇਂ ਦੀ ਜਾਬਰ ਮੁਗਲ ਹਕੂਮਤ ਖਿਲਾਫ ਹਥਿਆਰਬੰਦ ਸੰਘਰਸ਼ ਵਿੱਢਣਾ ਪਿਆ। ਮੁਗਲਾਂ ਨਾਲ ਲੜਨ ਲਈ ਚੰਗੇ ਹਥਿਆਰਾਂ ਦੀ ਲੋੜ ਸੁਭਾਵਕ ਸੀ। ਪਹਿਲ ਇਸ ਲੋੜ ਦੀ ਪੂਰਤੀ ਲਈ ਲਾਹੌਰ ਦੇ ਪ੍ਰਸਿੱਧ ਲੋਹਾਰ, ਜਿਵੇਂ ਉੱਪਰ ਮੈਂਸ਼ਨ ਕੀਤਾ ਹੈ, ਮੌਲਾ ਬਖਸ਼ ਵੱਲੋਂ ਕੀਤੀ ਜਾਂਦੀ ਰਹੀ, ਜੋ ਕਿ ਵਧੀਆ ਹਥਿਆਰ ਨੂੰ ਬਣਾਉਣ ਵਾਲਾ ਇੱਕ ਮਾਹਰ ਕਾਰੀਗਰ ਸੀ। ਹਰਗੋਬਿੰਦ ਸਾਹਿਬ ਨੇ ਤੇ ਸਿੱਖ ਸਿਪਾਹੀਆਂ ਲਈ ਵਧੀਆ ਕੁਆਲਿਟੀ ਦੇ ਹਥਿਆਰ ਬਣਾਉਣ ਲਈ ਉਹ ਮੂੰਹ ਮੰਗੀ ਉਹਨੂੰ ਕੀਮਤ ਦਿੱਤੀ ਜਾਂਦੀ ਸੀਗੀ, ਮੌਲਾ ਬਖਸ਼। ਇਸ ਦੀ ਸੂਹ ਮਿਲਣ ਤੇ ਮੁਗਲਾਂ ਨੇ ਮੌਲਾ ਬਖਸ਼ ਨੂੰ ਡਰਾਇਆ, ਧਮਕਾਇਆ, ਜਿਸ ਕਰਕੇ ਉਸਨੇ ਫੌਜਾਂ ਵਾਸਤੇ ਘਟੀਆ ਹਥਿਆਰ ਬਣਾਉਣੇ ਸ਼ੁਰੂ ਕਰ ਦਿੱਤੇ। ਤਲਵਾਰਾਂ, ਨੇਜੇ ਅਤੇ ਦੁੱਪੜ ਕੱਚੇ ਲੋਹੇ ਦੇ ਬਣਾਉਣ ਲੱਗ ਪਿਆ ਅਤੇ ਢਾਲਾਂ ਵੀ ਕਚਾਈ ਰਹਿਣ ਦਿੱਤੀ। ਢਾਲਾਂ ਵਿੱਚ ਮੈਦਾਨੇ ਜੰਗ ਵਿੱਚ ਇਹਨਾਂ ਹਥਿਆਰਾਂ ਦਾ ਘਟੀਆ ਮਿਆਰ ਸਾਹਮਣੇ ਆ ਗਿਆ। ਜਾਂ ਸਿੱਖਾਂ ਨੇ ਇਸ ਦੀ ਸ਼ਿਕਾਇਤ ਗੁਰੂ ਜੀ ਕੋਲ ਕੀਤੀ ਤਾਂ ਉਹਨਾਂ ਮੌਲਾ ਬਖਸ਼ ਨੂੰ ਤਲਬ ਕੀਤਾ। ਉਸਨੇ ਗੁਰੂ ਜੀ ਅੱਗੇ ਆਪਣਾ ਸਾਰਾ ਗੁਨਾਹ ਕਬੂਲ ਕਰਦਿਆਂ ਰਹਿਮ ਦਾ ਵਾਸਤਾ ਪਾਇਆ ਤੇ ਗੁਰੂ ਜੀ ਨੇ ਉਸ ਨੂੰ ਮਾਫ ਕਰ ਦਿੱਤਾ। ਆਓ ਹੁਣ ਦੇਖਦੇ ਹਾਂ ਕਿ ਅਸੀਂ ਮਾਰਵਾੜ ਦੇ ਜਿਹੜੇ ਕਬੀਲੇ ਕਾਰੀਗਰ ਗੁਰੂ ਦਰਬਾਰ ਵਿੱਚ ਕਿਹੜੇ ਸਨ। ਚੰਗੇ ਹਥਿਆਰ ਬਣਾਉਣ ਲਈ ਚੰਗੇ ਕਾਰੀਗਰ ਦੀ ਲੋੜ ਦਾ ਸਵਾਲ ਪੈਦਾ ਹੋਇਆ। ਲੰਮੀ ਸੋਚ ਵਿਚਾਰ ਪਿੱਛੋਂ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਦਰਬਾਰ ਦੀ ਸਿੱਧੀ ਨਿਗਰਾਨੀ ਹੇਠ ਹਥਿਆਰ ਤਿਆਰ ਕਰਾਉਣ ਦਾ ਨਿਰਣਾ ਲਿਆ। ਉਹਨਾਂ ਭਾਈ ਜੇਠਾ ਅਤੇ ਭਾਈ ਬਿਧੀ ਚੰਦ ਨੂੰ ਬੁਲਾ ਕੇ ਮਾਰਵਾੜ ਤੋਂ ਰਾਜਪੂਤ ਲੋਹਾਰ ਲੈ ਕੇ ਆਉਣ ਦਾ ਆਦੇਸ਼ ਦਿੱਤਾ। ਗੁਰੂ ਦੀ ਆਗਿਆ ਨਾਲ ਮਾਰਵਾੜ ਤੋਂ ਕੁਝ ਲੋਹਾਰ ਪੰਜਾਬ ਆਏ
ਮਾਰਵਾੜ ਤੋਂ ਆਏ ਇਹ ਪਰਿਵਾਰ ਕੇਹਰ ਸਿੰਘ ਦੀ ਅਗਵਾਈ ਵਿੱਚ ਗੁਰੂ ਦਰਬਾਰ 'ਚ ਹਾਜ਼ਰ ਹੋਏ ਅਤੇ ਆਪੇ ਬਣਾਏ ਹੋਏ ਹਥਿਆਰਾਂ ਨੂੰ ਪ੍ਰਦਰਸ਼ਿਤ ਕੀਤਾ। ਜਾਂਚ ਪਰਖ ਉਪਰੰਤ ਗੁਰੂ ਜੀ ਨੇ ਉਹਨਾਂ ਦੇ ਹਥਿਆਰਾਂ ਦੀ ਪੁਖਤਗੀ ਅਤੇ ਕਾਰੀਗਰੀ ਦੀ ਖੂਬ ਪ੍ਰਸ਼ੰਸਾ ਕੀਤੀ। ਉਹਨਾਂ ਕੇਹਰ ਸਿੰਘ ਨੂੰ ਮਾਰਵਾੜ ਤੋਂ ਹੋਰ ਲੋਹਾਰ ਲਿਆਉਣ ਲਈ ਆਖਿਆ, ਜਿਸ ਨੂੰ ਕੇਹਰ ਸਿੰਘ ਨੇ ਖਿੜੇ ਮੱਥੇ ਪ੍ਰਵਾਨ ਕਰ ਲਿਆ। ਇਸ ਤੋਂ ਬਾਅਦ ਬਹੁਤ ਸਾਰੇ ਮਾਰਵਾੜੀ ਲੋਹਾਰ ਗੁਰੂ ਦਰਬਾਰ ਵਿੱਚ ਸ੍ਰੀ ਅੰਮ੍ਰਿਤਸਰ ਵਿੱਚ ਹਾਜ਼ਰ ਹੋਣ ਲੱਗੇ ਅਤੇ ਹਥਿਆਰ ਬਣਾਉਣ ਦੇ ਕੰਮ ਵਿੱਚ ਜੁਟ ਗਏ। ਹੌਲੀ ਹੌਲੀ ਇਹ ਗੁਰੂ ਜੀ ਦੇ ਇੰਨੇ ਮੁਰੀਦ ਹੋ ਗਏ ਕਿ ਹਥਿਆਰ ਬਣਾਉਣ ਦੇ ਨਾਲ ਨਾਲ ਮੈਦਾਨੇ ਜੰਗ ਵਿੱਚ ਵੀ ਜੂਝਣ ਲੱਗ ਗਏ। ਮੁਗਲ ਹਕੂਮਤ ਵਿਰੁੱਧ ਖੂਨ ਖੋਲਣ ਲੱਗਾ। ਗੁਰੂ ਹਰਗੋਬਿੰਦ ਸਾਹਿਬ ਵੱਲੋਂ ਮੁਗਲਾਂ ਨਾਲ ਹੋਈਆਂ ਜੰਗਾਂ ਵਿੱਚ ਇਹਨਾਂ ਮਾਰਵਾੜੀ ਸੂਰਮਿਆਂ ਨੇ, ਸਿਗਲੀਗਰਾਂ ਨੇ ਸਿੱਖਾਂ ਵਾਂਗ ਹੀ ਮੁਗਲ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਪਛਾੜਿਆ। ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਤੇ ਬਿਰਾਜਮਾਨ ਹੋਣ ਤੱਕ ਦੇ ਲੰਮੇ ਸਮੇਂ ਦੌਰਾਨ ਹਥਿਆਰਬੰਦ ਸੰਘਰਸ਼ ਦੀ ਲੋੜ ਨਾ ਪਈ। ਇਹ ਹਾਲਤ ਰਾਜਪੂਤੀ ਸੁਭਾਅ ਦੇ ਅਨੁਕੂਲ ਨਹੀਂ ਸੀ। ਇਸ ਸਮੇਂ ਦੌਰਾਨ ਕੁਝ ਮਾਰਵਾੜੀ ਪਰਿਵਾਰ ਵਾਪਸ ਮਾਤ ਭੂਮੀ ਵੱਲ ਪਰਤ ਗਏ। ਕਈ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਖਿੰਡ ਗਏ। ਕਈਆਂ ਨੇ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ। ਕੁਝ ਰਿਆਸਤੀ ਰਾਜਵਾੜਿਆਂ ਨੂੰ ਹਥਿਆਰ ਵੇਚਣ ਲੱਗ ਪਏ। ਦੂਜੇ ਪਾਸੇ ਮਾਰਵਾੜ ਅਤੇ ਹੋਰ ਰਾਜਪੂਤ ਰਾਜਿਆਂ ਦੀਆਂ ਆਪਸੀ ਲੜਾਈਆਂ, ਮੁਗਲਾਂ ਦੇ ਹਮਲਿਆਂ, ਰਾਜਪੂਤਾਂ ਦੇ ਆਪਸੀ ਵੈਰ ਵਿਰੋਧ ਅਤੇ ਪਰਿਵਾਰਕ ਤੰਗੀ ਤੁਰਸੀ ਦੇ ਸਤਾਏ ਬਹੁਤ ਸਾਰੇ ਰਾਜਪੂਤ ਪਰਿਵਾਰ ਮਾਤ ਭੂਮੀ ਛੱਡ ਕੇ ਪੰਜਾਬ ਵੱਲ ਆ ਗਏ। ਇੱਕ ਕੁਮੱਕੜ ਟੱਪਰੀ ਵਸ ਕਬੀਲਿਆਂ ਦੇ ਰੂਪ ਵਿੱਚ ਇੱਧਰ ਉੱਧਰ ਘੁੰਮਦੇ ਰਹੇ ਸਨ ਅਤੇ ਟਿਕ ਕੇ ਨਹੀਂ ਸਨ ਪੈਂਦੇ। ਹੌਲੀ ਹੌਲੀ ਮੁੱਖ ਧਾਰਾ ਨਾਲੋਂ ਟੁੱਟ ਗਏ। ਜਿਹੜੇ ਪਰਿਵਾਰ ਕਿਸੇ ਕਾਰਨ ਵਾਪਸ ਆਪਣੀ ਧਰਤੀ ਪਰਤ ਵੀ ਜਾਂਦੇ, ਉਹਨਾਂ ਨੂੰ ਵੀ ਮਾਰਵਾੜ ਦੀ ਰਾਜਪੂਤ ਅੱਖ ਨਫ਼ਰਤ ਨਾਲ ਵੇਖਦੀ ਸੀ। ਮਾਰਵਾੜ ਰਹਿੰਦੇ ਰਾਜਪੂਤਾਂ ਨੇ ਇਹਨਾਂ ਨੂੰ ਰਿਸ਼ਤੇ ਦੇਣ ਤੋਂ ਨਾ ਕਰ ਦਿੱਤੀ। ਅਜਿਹੀ ਸਥਿਤੀ ਵਿੱਚ ਹੀ ਵੱਡੇ ਸੱਟੇ ਵਿਆਹ ਪ੍ਰਥਾ ਪ੍ਰਚਲਿਤ ਹੋਈ ਅਤੇ ਅਜਿਹੇ ਕਈ ਕਾਰਨ ਪੈਦਾ ਹੋਏ ਜਿਨ੍ਹਾਂ ਨੇ ਮਾਰਵਾੜੀ ਲੋਹਾਰਾਂ ਨੂੰ ਕਬੀਲਾਵਾਦ ਦੀਆਂ ਪੀੜ੍ਹੀਆਂ ਵਲਗਣਾ ਵਿੱਚ ਜਕੜ ਦਿੱਤਾ। ਇਹ ਇੱਥੇ ਗੱਲ ਚੇਤੇ ਰੱਖਣ ਵਾਲੀ ਹੈ ਕਿ ਜਾਤ ਪਾਤੀ ਭਾਵਨਾ ਦੇ ਨਾਲ ਨਾਲ ਕਈ ਹੋਰ ਸਮਾਜਕ ਬੰਦਿਸ਼ਾਂ, ਕਬੀਲਵਾਦੀ ਰੀਤਾਂ ਸ਼ੁਰੂ ਤੋਂ ਹੀ ਰਾਜਪੂਤੀ ਜੀਵਨ ਸ਼ੈਲੀ ਅਤੇ ਸੁਭਾਅ ਦਾ ਹਿੱਸਾ ਬਣ ਚੁੱਕੀਆਂ। ਇੱਕ ਰਵਾਇਤ ਅਨੁਸਾਰ ਲੋਹਾਰਾਂ ਨੂੰ ਸ਼ਿਕਲੀਗਰ ਦੀ ਉਪਾਧੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਦਾਨ ਕੀਤੀ। ਡਾਕਟਰ ਕਿਰਪਾਲ ਸਿੰਘ ਕਜ਼ਾਕ ਨੇ ਸ਼ਿਕਲੀਗਰ ਬਜ਼ੁਰਗਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਆਉਣ ਤੋਂ ਪਹਿਲਾਂ ਸਾਰਾ ਕਬੀਲਾ ਮਾਰਵਾੜੀ ਲੋਹਾਰਾਂ ਨੂੰ ਪ੍ਰੇਮ ਅਤੇ ਸ਼ਰਧਾ ਨਾਲ ਹਥਿਆਰਾਂ ਨੂੰ ਚਮਕਾਉਂਦੇ ਸਿਕਲ ਕਰਦੇ ਵੇਖਿਆ ਤਾਂ ਉਹਨਾਂ ਨੇ ਖੁਸ਼ ਹੋ ਕੇ ਕਬੀਲੇ ਦੀ ਸਮੁੱਚੀ ਲੋਹ ਵੰਸ਼ ਨੂੰ ਸ਼ਿਕਲੀਗਰਾਂ ਦੀ ਉਪਾਧੀ ਨਾਲ ਨਿਵਾਜ ਦਿੱਤਾ, ਜਿਸ ਤੋਂ ਮਗਰੋਂ ਇਹ ਸਮੁੱਚਾ ਕਬੀਲਾ ਜਿਹੜਾ ਹੈ ਉਹ ਲੋਹਗੜ੍ਹ ਦੇ ਵਿੱਚ ਜਿਹੜੇ ਹਥਿਆਰ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਏ ਉਹ ਉੱਥੇ ਬਣਾਉਣ ਲੱਗ ਪਏ। ਤੋਂ ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਚਾਹੁੰਦਾ। ਇਸ ਤੋਂ ਬਾਅਦ ਸ਼ਿਕਲੀਗਰਾਂ ਬਾਰੇ ਜੋ ਨੈਕਸਟ ਲੈਕਚਰ ਹੈ ਉਸ ਦੇ ਵਿੱਚ ਵੀ ਅਸੀਂ ਇਸ ਦਾ ਜ਼ਿਕਰ ਕਰਾਂਗੇ ਕਿ ਭਾਈ ਗੁਰਦਾਸ ਜੀ ਦੀ 22ਵੀਂ ਵਾਰ ਦੇ ਵਿੱਚ ਵੀ ਇਹਨਾਂ ਸ਼ਿਕਲੀਗਰਾਂ ਦਾ ਜਿਹੜਾ ਹੈ ਉਹ ਜ਼ਿਕਰ ਹੈ ਔਰ ਕਿਵੇਂ ਜਿਹੜੀਆਂ ਮੌਜੂਦਾ ਕੁਝ ਆਰਗੇਨਾਈਜੇਸ਼ਨ ਜਿਹੜੀਆਂ ਹਨ ਉਹ ਇਹਨਾਂ ਦੇ ਜਿਹੜੇ ਹੁਣ ਪਰਿਵਾਰ ਹਨ ਜਿਹੜੇ ਬੜੀ ਗਰੀਬੀ ਵਿੱਚ ਰਹਿ ਰਹੇ ਹਨ ਉਹਨਾਂ ਨੂੰ ਕਿਵੇਂ ਬੱਚਿਆਂ ਨੂੰ ਫੀਸਾਂ ਦੇਣ ਦਾ ਹੋਰ ਜਿਹੜਾ ਉਹ ਕੰਮ ਕਰਦੇ ਹਨ। ਤੋਂ ਇਹ ਅਗਲੇ ਜਿਹੜੇ ਬੁੱਧਵਾਰ ਦਾਸ ਦਾ ਲੈਕਚਰ ਹੋਏਗਾ ਉਸ ਵਿੱਚ ਇਹਨਾਂ ਦੇ ਬਾਰੇ ਹੋਰ ਵਿਚਾਰ ਕੀਤੀ ਜਾਏਗੀ। ਗੱਜ ਕੇ ਫਤਿਹ ਬੁਲਾਓ ਜੀ। ਹੋਈਆਂ ਭੁੱਲਾਂ ਦੀ ਆਪਸ ਵਿੱਚ ਕਿਵੇਂ ਮੰਗਦਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।